दयाला नानक घर के गोले, तुद आगे अरदास हमारी। जियो पिंड सब तेरा, कहो नानक सब तेरी वड्याई। कोई नाओ न जाने मेरा, जे सौ चंदा उगवह सूरज चढ़ै हजार। एते चानण होंदिया गुर बिन घोर अंधार। गुर बिन घोर अंधार, गुरु बिन समझ न आवै। गुर बिन सुरत न सिद्ध, गुरु बिन मुक्त न पावै। बाणी गुरु गुरु है बाणी, विच बाणी अमृत सारे। गुरबाणी कहै सेवक जन मन, प्रतख गुरु निस्तारे। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। कत्यक कर्म कमावणी, दोष न काहू जोग। परमेश्वर ते भुलिया, व्यापन सभे रोग। कत्यक कर्म कमावणे, दोष न काहू जोग। परमेश्वर ते भुलिया, व्यापन सभे रोग। वाहिगुरु जी का खालसा, वाहिगुरु जी की फतेह। परम सत्कार और सम्मान योग गुरु रूप गुरु खालसा साध संगत जीओ, ਵੱਡੇ ਭਾਗ ਹਨ जो दीना बंधु भगत वत्सल जग दाते। गुरु गरीब नवाज दास पातशाहियों जी के पावन पवित्र स्वरूप धन धन साहिब आदि श्री गुरु ग्रंथ साहिब जी महाराज सच्चे सतगुरां दे सज रहे दीवान अंदर खुले दर्शन दीदार करने दा पावन पवित्र सुभाग प्राप्त हो रहा है। जिनके भाग बड़े हैं भाई, तिन साधु संग मुख जुरे। ਵੱਡੇ ਭਾਗਾਂ ਦੇ ਸਦਕਾ ਇਹ ਦੁਰਲੱਭ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਆਪ ਜੀ ਮਾਣ ਰਹੇ ਹੋ। ਆਪ ਸਭ ਮਾਈ ਭਾਈ ਸੰਗਤਾਂ ਦੇ ਹਿਰਦੇ ਅੰਦਰ ਗਿਆਤ ਹੋਵੇ ਕਿ ਅੱਜ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। जिस तरह साध संगत जी किसी वैद के मन विच रोगी दे परथाए यही इच्छा मनसा हुंदी है कि ओदी बनाई हुई औषधि दवाई किसी ना किसी तरीके ढंग दे नाल रोगी दे अंदर जावे ते फिर मेरी दवाई जिहड़ी है वो
ਰੋਗੀ ਦਾ ਰੋਗ ਦੂਰ ਕਰੇਗੀ। ਇਸੇ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੈਦ ਹਨ। ਸੰਸਾਰ ਰੋਗੀ ਹੈ, ਔਰ ਇਸ ਰੋਗੀ ਸੰਸਾਰ ਦਾ ਵੈਦ ਮੇਰਾ ਵੈਦ ਗੁਰੂ ਗੋਬਿੰਦ ਆ, ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਨ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਵੈਦ ਔਸ਼ਧੀ ਕਿਹੜੀ ਦਿੰਦੇ ਹੈ, ਕਿਉਂਕਿ ਵੈਦ ਦਾ ਸਭ ਤੋਂ ਵੱਡਾ ਹਥਿਆਰ ਔਸ਼ਧੀ ਹੈ, ਦਵਾਈ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਵੈਦ ਹਨ, ਅਤੇ ਸਾਰਿਆਂ ਤੋਂ ਵੱਡੀ ਔਸ਼ਧੀ ਮਹਾਰਾਜ ਦੇ ਪਾਸ ਵੱਡਾ ਹਥਿਆਰ ਸ਼ਾਸਤਰ ਔਸ਼ਧੀ ਉਹ ਨਾਮ ਹੈ। ਹਰ ਹਰ ਨਾਮ ਔਖਦ ਮੁਖ ਦੇਵ ਹੈ। ਇਹ ਪ੍ਰਭੂ ਪਰਮੇਸ਼ਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਰੋਗੀ ਜੀਵਾਂ ਨੂੰ ਨਾਮ ਦੀ ਔਸ਼ਧੀ ਦਿੰਦੇ ਹਨ। ਫਿਰ ਅਸੀਂ ਜੇ ਰੋਗੀ ਹਾਂ, ਜੀਵ ਰੋਗੀ ਹੈ, ਇਹਨਾਂ ਨੂੰ ਰੋਗ ਕਿਹੜਾ ਹੈ? ਸਰੀਰ ਦੇ ਰੋਗ ਸਾਧ ਸੰਗਤ ਦੀ ਸੰਸਾਰ ਦੇ ਵੈਦ ਜਿਹੜੇ ਹੈ ਉਹ ਦੂਰ ਕਰ ਸਕਦੇ ਹਨ। ਜੇ ਕਿਸੇ ਪ੍ਰਾਣੀ ਨੂੰ ਕੋਈ ਬਿਮਾਰੀ ਆਦਿਕ ਹੈ, ਉਹਦੇ ਵਾਸਤੇ ਡਾਕਟਰ ਹੈ, ਹੌਸਪੀਟਲ ਹਨ, ਵੈਦ ਹੈ, ਬੇਅੰਤ ਔਸ਼ਧੀ ਦਵਾਈ ਹੈ। ਸਰੀਰ ਦਾ ਇਲਾਜ ਹੁੰਦਾ, ਪਰ ਜੇ ਮਨ ਰੋਗੀ ਹੋਵੇ, ਰੋਗੀ ਮਨ ਦੀ ਕਿਹੜੀ ਦਵਾਈ ਹੈ? ਰੋਗੀ ਮਨ ਦੀ ਔਸ਼ਧੀ ਸਾਧ ਸੰਗਤ ਜੀ ਉਹ ਨਾਮ ਹੈ। ਤੇ ਰੋਗ ਕਿਹੜੇ ਕਿਹੜੇ ਲੱਗੇ ਆ ਮਨ ਨੂੰ? ਹਉਮੈ ਦੀਰਘ ਰੋਗ ਹੈ। ਸਾਰਿਆਂ ਤੋਂ ਵੱਡਾ ਰੋਗ ਹੰਕਾਰ ਦਾ, ਜਿਸ ਕਰਕੇ ਪ੍ਰਾਣੀ ਨੂੰ ਜੰਮਣਾ ਮਰਨਾ ਪੈ ਰਿਹਾ। ਹਉ ਵਿੱਚ ਆਇਆ, ਹਉ ਵਿੱਚ ਗਿਆ। ਫਿਰ ਸਾਧ ਸੰਗਤ ਜੀ ਰੋਗ ਕਾਮ ਦਾ ਰੋਗ ਹੈ, ਕ੍ਰੋਧ ਦਾ ਰੋਗ ਹੈ, ਲੋਭ ਦਾ ਰੋਗ ਹੈ, ਫਿਰ ਮੋਹ ਦਾ ਰੋਗ ਹੈ। ਇਸ ਤੋਂ ਬਾਅਦ ਈਰਖਾ, ਨਿੰਦਾ, ਚੋਰੀ, ਯਾਰੀ, ਠੱਗੀ, ਧੋਖਾ, ਝੂਠ ਬੋਲਣਾ, ਬੇਅੰਤ ਰੋਗ ਜਿਹੜੇ ਹੈ ਮਨ ਰੋਗੀ ਨੂੰ ਲੱਗੇ ਹੋਏ ਹਨ। ਜੇ ਮਨ ਰੋਗੀ ਨੂੰ ਤੰਦਰੁਸਤ ਕਰਨਾ ਚਾਹੀਏ, ਫਿਰ ਸਾਧ ਸੰਗਤ ਜੀ ਗੁਰੂ ਜੋ ਮੇਰਾ ਵੈਦ ਗੁਰੂ ਗੋਬਿੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਜਿਹੜੀ ਦਾਰੂ ਹੈ, ਨਾਮ ਦਾਰੂ, ਸੰਸਾਰ ਰੋਗੀ ਨਾਮ ਦਾਰੂ। ਫਿਰ ਇਹ ਨਾਮ ਦਾਰੂ ਦੀਆਂ ਬੂੰਦਾਂ, ਨਰੋਲ ਅੰਮ੍ਰਿਤ ਦੀਆਂ ਘੁੱਟਾਂ ਪਾਵਨ ਗੁਰਬਾਣੀ, ਕੀਰਤਨ ਰਾਹੀਂ ਆਪ ਸੁਣੋ, ਕਥਾ ਨਾਲ ਸੁਣੋ, ਕੋਈ ਸ਼ਬਦ ਗਾਇਨ ਕਰੋ, ਬਾਣੀ ਪੜ੍ਹੋ, ਬਾਣੀ ਸੁਣ ਕਰਕੇ ਜਿਵੇਂ ਵੀ ਇਹ ਨਾਮ ਰੂਪੀ ਔਸ਼ਧੀ ਸਾਡੇ ਅੰਦਰ ਜਾਵੇਗੀ, ਉਹਦੇ ਨਾਲ ਫਿਰ ਸਾਧ ਸੰਗਤ ਜੀ ਸਾਰੇ ਜਿਹੜੇ ਅੰਦਰਲੇ ਰੋਗ ਹੈ ਉਹ ਨਾਮ ਕੱਟਦਾ ਹੈ। ਤੁਹਾਡੇ ਵਿੱਚ ਸਹਿਜ ਆਵੇਗਾ, ਬਿਰਤੀ ਇਕਾਗਰ ਹੋਵੇਗੀ, ਤੇ ਸੁਖ ਨਾਮ ਬਿਰਤੀ ਦੀ ਇਕਾਗਰਤਾ ਦਾ, ਸੁਖ ਨਾਮ ਮਨ ਕੀ ਇਕਾਗਰਤਾ ਕੋ ਜਾਨੀ ਹੈ। ਵਿਦਵਾਨਾਂ ਵੇਦਾਂ ਸ਼ਾਸਤਰਾਂ ਨੇ ਸੁਖ ਮਨ ਦੀ ਸ਼ਾਂਤੀ ਨੂੰ ਮੰਨਿਆ। ਮਹਾਰਾਜ ਵੀ ਕਿਰਪਾ ਕਰਦੇ, ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖੈ ਨ੍ਰਿਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ। ਫਿਰ ਸੁਖ ਕਿੱਥੇ ਹੈ? ਸਰਬ ਸੁਖਾ ਹਰ ਹਰ ਗੁਣ ਗਾਏ। ਨਾਮ ਗਾਉਣ ਵਿੱਚ, ਨਾਮ ਜਪਣ ਵਿੱਚ ਸਾਰੇ ਸੁੱਖ ਹਨ। ਤੋ ਇਸ ਲਈ
ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵੈਦ ਹਨ। ਜਿਵੇਂ ਵੈਦ ਦੀ ਮਨਸਾ ਹੁੰਦੀ ਵੀ ਜੇ ਦਵਾਈ ਮਰੀਜ਼ ਨਹੀਂ ਛਕਦਾ, ਖਾਏਗਾ, ਠੀਕ ਨਹੀਂ ਹੋਵੇਗਾ, ਉਹਦੇ ਵਾਸਤੇ ਵੈਦ ਹਰ ਹੀਲਾ ਵਰਤਦਾ। ਉਹਨੂੰ ਮਿਸ਼ਰੀ ਵਿੱਚ ਵੀ ਮਿਲਾ ਕੇ ਦਿੰਦਾ ਹੈ, ਜਾਂ ਉਹਨੂੰ ਆਖੇਗਾ ਘਿਓ ਵਿੱਚ ਭੁੰਨ ਲਓ, ਖੰਡ ਰਲਾ ਲਓ, ਕੋਈ ਚੂਰਨ ਆਦਿਕ ਬਣਾ ਲਓ, ਖਾਇਆ ਤੇਰੀ ਬਿਮਾਰੀ ਕੱਟੀ ਜਾਵੇਗੀ। ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਇਹ 12 ਮਾਹਾਂ ਦੀ ਬਾਣੀ ਰਚਨਾ ਕੀਤੀ ਹੈ, ਤਾਂ ਕਿ ਮਹੀਨੇ ਦੁਆਰਾ ਮਹਾਰਾਜ ਜੀ ਦੇ ਵਿੱਚ ਉਪਦੇਸ਼ ਦੇ ਕੇ ਵੀ ਕੱਤੇ ਦਾ ਮਹੀਨਾ ਕਿਵੇਂ ਬਤੀਤ ਕਰੀਏ। ਜੇ ਕੋਈ ਧੰਦਿਆਂ ਵਿੱਚ ਫਸਿਆ ਹੋਣ ਕਰਕੇ ਨਿਤਾ ਪ੍ਰਤੀ ਮਹਾਰਾਜ ਦੇ ਦਰਸ਼ਨ ਨਾ ਕਰ ਪਾਵੇ, ਸਿੱਖਿਆ ਨਾ ਗ੍ਰਹਿਣ ਕਰ ਪਾਵੇ, ਕਮ ਸੇ ਕਮ ਸੰਗਰਾਂਦ ਵਾਲੇ ਦਿਨ ਮਹਾਰਾਜ ਦੇ ਦਰਸ਼ਨ ਜ਼ਰੂਰ ਕਰੇ। ਸੰਗਰਾਂਦ 'ਤੇ ਪਹੁੰਚ ਕਰਕੇ ਦਰਸ਼ਨ ਕਰੇ, ਫਿਰ ਸੱਚੇ ਪਾਤਸ਼ਾਹ ਤੋਂ 12 ਮਾਹਾਂ ਦੁਆਰਾ ਜੋ ਉਪਦੇਸ਼ ਮਹਾਰਾਜ ਨੇ ਬਖਸ਼ਿਆ ਉਹਨੂੰ ਹਿਰਦੇ ਵਸਾਵੇ, ਸੁਣੇ, ਮੰਨੇ, ਮੰਨ ਕੇ ਨਿਧਿਆਸਣ ਕਰੇ, ਪੁਨ੍ਹਾ ਪੁਨ੍ਹਾ ਅਭਿਆਸ ਕਰੇ। ਇਹ ਸੱਚੇ ਪਾਤਸ਼ਾਹ ਜੀਆਂ ਨੇ ਵਿਧੀ ਵਰਤੀ, ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ। ਤੋ ਆਓ ਖਾਲਸਾ ਜੀ, ਅੱਜ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰੂ ਸੰਗਰਾਂਦ ਦੇ ਮਹੀਨੇ ਕੱਤਕ ਦਾ ਕੀ ਮੁੱਖ ਉਪਦੇਸ਼ ਗੁਰੂ ਗਰੀਬ ਨਵਾਜ ਸਾਨੂੰ ਜੀਵਾਂ ਨੂੰ ਕਲਿਆਣ ਵਾਸਤੇ ਬਖਸ਼ਦੇ ਹੈ। ਇਸ ਤੋਂ ਪਹਿਲਾਂ ਆਪ ਮਾਈ ਭਾਈ ਸੰਗਤਾਂ ਨੇ ਚੱਲ ਰਹੇ ਮਹੀਨਾਵਾਰ ਸਹਿਜ ਪਾਠ ਦੇ ਭੋਗ ਸ਼ਰਵਣ ਕੀਤੇ, ਉਪਰੰਤ 12 ਮਾਹਾਂ ਦੀ ਪਾਵਨ ਬਾਣੀ ਸ਼ਰਵਣ ਕੀਤੀ ਹੈ। ਆਓ ਕੱਤੇ ਮਹੀਨੇ ਦੁਆਰਾ ਮਹਾਰਾਜ ਜੀਆਂ ਕੀ ਉਪਦੇਸ਼ ਦਿੱਤਾ ਹੈ ਸੁਣ ਕੇ ਹਿਰਦੇ ਵਸਾਈਏ, ਚਿੱਤ ਬਿਰਤੀ ਇਕਾਗਰ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਈਏ। ਸਭ ਸੰਗਤ ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਤਿਕ ਕਰਮ ਕਮਾਵਣੇ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਿਹਰਾਮਤ ਕਰਕੇ ਕੱਤਕ ਦੇ ਮਹੀਨੇ ਦੁਆਰਾ 12 ਮਾਹ ਪਾਵਨ ਬਾਣੀ ਅੰਦਰ 9ਵੇਂ ਪਦ 9ਵੀਂ ਪੌੜੀ ਕੱਤਕ ਮਹੀਨੇ ਦੇ ਪ੍ਰਥਾਏ ਉਚਾਰ ਕੇ ਸੱਚੇ ਪਾਤਸ਼ਾਹ ਮਿਹਰਾਮਤ ਕਰ ਸਾਨੂੰ ਜੀਵਾਂ ਨੂੰ ਕਲਿਆਣਕਾਰੀ ਉਪਦੇਸ਼ ਬਖਸ਼ ਰਹੇ ਹਨ। ਕੱਤਕ ਕਰਮ ਕਮਾਵਣੇ। ਕੱਤਕ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਮਹਾਰਾਜ ਜੀ ਇਉਂ ਉਪਦੇਸ਼ ਕਰਦੇ ਹਨ ਕਿ ਹੇ ਮੇਰੇ ਮਨਾ ਜਾਂ ਹੇ ਸਰੋਤਾ, ਹੇ ਜਗਿਆਸੂ, ਹੇ ਮੇਰੇ ਭਾਈ, ਹੇ ਸਿੱਖ, ਸੁਣਨਾ ਕਰ ਭਾਈ। ਜਿਹੜੇ ਪਿਛਲੇ ਜਨਮਾਂਤਰਾਂ ਵਿੱਚ ਤੇਰੇ ਕੀਤੇ ਹੋਏ ਕਰਮ ਹਨ, ਜਿੰਨੇ ਵੀ ਚੰਗੇ ਮਾੜੇ ਕਰਮ ਤੂੰ ਕਮਾਏ ਹੋਏ ਹਨ। ਕਰਮ ਕੀ ਹੈ ਸਾਧ ਸੰਗਤ ਜੀ? ਉਸ ਤਰ੍ਹਾਂ 4 ਪ੍ਰਕਾਰ ਦੇ ਕਰਮ ਮੰਨੀਦੇ ਹੈ। ਇੱਕ ਵਿਹਿਤ ਕਰਮ ਹੈ, ਕਰਨ ਯੋਗ। ਇਸੇ ਤਰ੍ਹਾਂ ਫਿਰ ਨਖੇਦ ਕਰਮ ਹੈ। ਤੋ ਵਿਧ ਕਰਮ ਫਿਰ ਅੱਗੇ 4 ਪ੍ਰਕਾਰ ਦੇ ਹੋਰ ਮੰਨੇ ਜਾਂਦੇ ਹੈ। 2 ਪ੍ਰਕਾਰ ਦੇ ਕਰਮ, ਇੱਕ ਵਿਧ ਤੇ ਨਖੇਦ। ਵਿਧ ਕਰਮ 4 ਪ੍ਰਕਾਰ ਦੇ ਹੈ। ਨਿਤ ਕਰਮ, ਜਿਹੜੇ ਅਸੀਂ ਨਿਤ ਕਿਰਿਆ ਕਰਦੇ ਹਾਂ, ਛਕਣਾ ਛਕਾਉਣਾ, ਜਾਗਣਾ ਸੌਣਾ, ਇਹ ਸਾਡੇ ਨਿਤ ਕਰਮ ਹਨ। ਨਿਤ ਕਰਮ ਤੋਂ ਅੱਗੇ ਸਾਧ ਸੰਗਤ ਜੀ ਫਿਰ ਇੱਕ ਨਮਿੱਤ ਕਰਮ ਹੁੰਦੇ ਹੈ। ਕਿਸੇ ਦੇ ਵਾਸਤੇ ਆਪਾਂ ਕਰਦੇ ਹਾਂ, ਕਿਸੇ ਵਿਸ਼ੇਸ਼ ਪ੍ਰਾਣੀ ਵਾਸਤੇ ਕਰਨੇ, ਕਿਸੇ ਵਿਸ਼ੇਸ਼ ਕਾਰਜ ਵਾਸਤੇ ਕਰਨੇ, ਨਮਿੱਤ ਨਾਮ ਵਾਸਤੇ ਦਾ ਹੈ। ਇਸ ਤਰ੍ਹਾਂ ਫਿਰ ਸਕਾਮ ਕਰਮ ਕਹੋ ਜਾਂ ਕਾਮਿਆ ਕਰਮ ਕਹੋ, ਮਨ ਵਿੱਚ ਕੋਈ ਵਾਸ਼ਨਾ ਇੱਛਾ ਰੱਖ ਕੇ ਕੋਈ ਕਰਮ ਕਰਨਾ, ਉਸ ਨੂੰ ਕਾਮਿਆ ਕਰਮ ਕਹਿੰਦੇ ਆ, ਸਕਾਮ ਕਰਮ ਕਹਿੰਦੇ ਹਨ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਜੀਆਂ ਦੇ ਅੱਗੇ ਅਰਦਾਸ ਕਰਨੀ ਸਹਿਤ ਇੱਛਾ ਦੇ, ਕੋਈ ਸੇਵਾ ਕਰਨੀ ਇੱਛਾ ਸਹਿਤ ਹੋ ਕਰਕੇ, ਉਹ ਸਕਾਮ ਕਰਮ ਜਾਂ
ਕਾਮਿਆ ਕਰਮ ਕਹਿੰਦੇ ਹਨ। ਤੋ ਇਸ ਤਰ੍ਹਾਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਰਮਾਂ ਦੀ ਗੱਲ ਕਰਦੇ ਹੈ। ਉਸ ਤਰ੍ਹਾਂ ਇਉਂ ਵੀ ਕਰਮ ਮੰਨਦੇ ਆ, ਜਿਵੇਂ ਪਹਿਲਾਂ ਸਿੰਚਿਤ ਕਰਮ ਹੁੰਦੇ ਹੈ, ਉਹਨਾਂ ਸਿੰਚਿਤ ਕਰਮ ਕਿਰਿਆ ਕਰਮ ਹੁੰਦੇ, ਕਿਰਿਆ ਕਰਮ ਤੋਂ ਸਿੰਚਿਤ ਕਰਮ ਬਣਦੇ, ਸਿੰਚਿਤ ਕਰਮ ਤੋਂ ਪ੍ਰਾਲਬਧ ਬਣਦੀ ਹੈ। ਪ੍ਰਾਲਬਧ ਦੁਆਰਾ ਸਾਨੂੰ ਅਗਲੇ ਜਨਮ ਵਿੱਚ ਮਾਂ ਕੈਸੀ ਮਿਲਣੀ ਹੈ, ਬਾਪ ਕੈਸਾ ਮਿਲੇਗਾ, ਸਾਨੂੰ ਕਿਹੋ ਜਿਹਾ ਪਰਿਵਾਰ ਮਿਲਣਾ ਹੈ, ਕਿਹੋ ਜਿਹਾ ਰੰਗ ਰੂਪ ਮਿਲਣਾ, ਕਿਹੋ ਜਿਹਾ ਨਗਰ, ਕਿਸ ਥਾਂ 'ਤੇ ਜਨਮ ਹੋਵੇਗਾ, ਸਾਰਾ ਜੋ ਵੀ ਅਸੀਂ ਅੱਜ ਖਾ ਪੀ ਹੰਢਾ ਰਹੇ ਹਾਂ ਉਹ ਸਾਰਾ ਸਾਡੇ ਪੂਰਬਲੇ ਕੀਤੇ ਹੋਏ ਕਰਮਾਂ ਦਾ ਫਲ ਹੈ। ਉਹਨੂੰ ਪ੍ਰਾਲਬਧ ਕਹਿੰਦੇ ਹੈ। ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੀ। ਇਹ ਪ੍ਰਾਲਬਧ ਹੈ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੈ ਮੇਰੇ ਮਨਾ, ਜਿਹੋ ਜਿਹੇ ਕਰਮ ਤੂੰ ਕਮਾਉਣਾ ਹੈ ਹੁਣ ਜਾਂ ਪਿਛਲੇ ਜਨਮਾਂ ਵਿੱਚ ਕਮਾ ਕੇ ਆਇਆ ਹੈ, ਉਹਦਾ ਹੀ ਫਲ ਤੈਨੂੰ ਮਿਲਦਾ ਪਿਆ। ਜੇ ਤੈਨੂੰ ਦੁੱਖ ਮਿਲ ਰਿਹਾ ਹੈ, ਮਤਾ ਖਿਆਲ ਕਰ ਵੀ ਤੈਨੂੰ ਕਿਸੇ ਨੇ ਦੁਖੀ ਕੀਤਾ ਹੈ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜਹਿ ਅਵਰ ਜਨਾ, ਮੈਂ ਜੋ ਕੀਤਾ ਹੈ ਉਹ ਮੈਨੂੰ ਮਿਲਿਆ ਹੈ। ਭਗਤ ਫਰੀਦ ਸਾਹਿਬ ਜੀ ਕਹਿੰਦੇ ਹੈ ਕਿ ਭਾਲੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ। ਫਰੀਦਾ ਭਾਲੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਵੀ ਜੇ ਕੋਈ ਜੱਟ ਜ਼ਿਮੀਂਦਾਰ ਕਿੱਕਰ ਬੀਜੇ, ਉਹਨੂੰ ਕਿੱਕਰ ਨੂੰ ਤੁੱਕੇ ਲੱਗਣਗੇ, ਕੰਡੇ ਮਿਲਣਗੇ। ਮਤਾ ਖਿਆਲ ਕਰ ਵੀ ਤੈਨੂੰ ਕਿੱਕਰ ਬੀਜ ਕੇ ਤੇ ਬਜੌਰ ਦੇਸ਼ ਦੀਆਂ ਦਾਖਾਂ ਪ੍ਰਾਪਤ ਹੋਣਗੀਆਂ। ਇਸ ਤਰ੍ਹਾਂ ਇਹ ਪ੍ਰਾਣੀ ਮਤਾਂ ਖਿਆਲ ਕਰ ਵੀ ਤੂੰ ਹੁਣ ਪਾਪ ਕਰੇਂਗਾ, ਕਿਸੇ ਦਾ ਬੁਰਾ ਕਰੇਂਗਾ ਤੇ ਅੱਗੇ ਤੇਰਾ ਕੁਝ ਭਲਾ ਹੋਵੇਗਾ। ਇਹ ਮਨ ਦਾ ਤੇਰਾ ਭੁਲੇਖਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਕਰੇਂਗਾ ਬੀਜੇਂਗਾ ਸੋ ਵੱਢਣਾ ਪਵੇਗਾ। ਜੈਸਾ ਬੀਜੈ ਸੋ ਲਾਉਣਾ, ਕਰਮਾਂ ਸੰਦੜਾ ਖੇਤ। ਤੋ ਕੀਤੇ ਹੋਏ ਕਰਮਾਂ ਦਾ ਮਹਾਰਾਜ ਕਹਿੰਦੇ ਭਾਈ ਤੈਨੂੰ ਫਲ ਮਿਲਦਾ ਹੈ। ਕੱਤਿਕ ਕਰਮ ਕਮਾਵਣੇ, ਕੀਤੇ ਹੋਏ ਕਰਮਾਂ ਦਾ ਹੀ ਸਾਰਾ ਤੂੰ ਫਲ ਭੋਗ ਰਿਹਾ ਜੋ ਪਿੱਛੇ ਕਮਾਏ ਹਨ। ਦੋਸ਼ ਨਾ ਕਾਹੂ ਜੋਗ, ਤੇ ਜਿਹੋ ਜਿਹੇ ਕਰਮ ਕਮਾਏ ਆ ਉਹੋ ਜਿਹਾ ਫਿਰ ਤੈਨੂੰ ਫਲ ਮਿਲਦਾ ਹੈ। ਜੇ ਸੁੱਖ ਮਿਲਦਾ ਹੈ ਤੇ ਮਨ ਤੋਂ ਪਿੱਛੇ ਸ਼ੁਭ ਕਰਮ ਕਮਾਏ ਹਨ। ਜੇ ਦੁੱਖ ਪ੍ਰਾਪਤ ਹੁੰਦਾ ਤੇ ਜਾਣ ਲੈ ਵੀ ਪਿੱਛੇ ਤੂੰ ਬਹੁਤ ਕੋਈ ਨਖਿੱਧ ਕਾਰਜ ਕੀਤਾ ਹੋਇਆ। ਕਿਉਂਕਿ ਮਹਾਰਾਜ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਆ ਕਿਸੇ ਥਾਏ। ਕਲਯੁਗ ਦਾ ਸਮਾਂ, ਮਹਾਰਾਜ ਕਹਿੰਦੇ ਇਹ ਕਰ, ਕਰ ਨਾਮ ਹੱਥ ਦਾ, ਐਸ ਹੱਥ ਕਰ ਤੇ ਐਸ ਹੱਥ ਨਾਲ ਹੀ ਮਿਲ ਜਾਂਦਾ। ਕੋਈ ਨਾ ਪਕੜੀਆ ਕਿਸੇ ਥਾਏ, ਕਿਸੇ ਦੇ ਕੀਤੇ ਹੋਏ ਪਾਪ ਦੇ ਥਾਂ ਕੋਈ ਦੂਜਾ ਨਹੀਂ ਪਕੜਿਆ ਜਾਂਦਾ। ਇੱਥੇ ਸੰਸਾਰ ਦੇ ਵਿੱਚ ਜਿੰਨੇ ਕੋਈ ਕਾਨੂੰਨ ਬਣੇ ਆ, ਸਬੂਤ ਆਦਿਕ ਵੇਖ ਕੇ ਸੰਸਾਰ 'ਤੇ ਤਾਂ ਕੋਈ ਅਦਾਲਤ ਝੂਠਾ ਫੈਸਲਾ ਕਰ ਸਕਦੀ ਹੈ। ਸੰਸਾਰੀ ਅਦਾਲਤ ਕਿਸੇ ਝੂਠੇ ਨੂੰ, ਨਿਹੱਕੇ ਨੂੰ ਬੇਇਨਸਾਫੀ ਉਹਦੇ ਨਾਲ ਕਰ ਸਕਦੀ, ਸਜ਼ਾ ਦੇ ਸਕਦੀ ਹੈ। ਪਰ ਉਹ ਪ੍ਰਭੂ ਪਰਮੇਸ਼ਰ ਦਾ ਦਰਬਾਰ, ਉੱਥੇ ਸੱਚ ਵਰਤਦਾ, ਉੱਥੇ ਸਦਾ ਹੀ ਸੱਚ ਵਰਤਦਾ। ਤੋ ਉੱਥੇ ਸੱਚੋ ਹੀ ਸੱਚ ਨਿਬੜੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਉੱਥੇ ਹਮੇਸ਼ਾ, ਕਿਉਂਕਿ ਸੱਚੇ ਦਾ ਦਰ ਹੈ। ਮਹਾਰਾਜ ਕਹਿੰਦੇ ਮਾਨਸਾ ਕਿਆ ਹੋ ਦੀਵਾਨ ਹੋ, ਕੋਈ ਨਸ ਭੱਜ ਨਿਕਲੈ, ਹਰ ਦੀਵਾਨ ਹੋ ਕੋਈ ਕਿੱਥੇ ਜਾਇਆ। ਇੱਥੇ ਕੋਈ ਮਾਇਆ ਦੇ ਕਰਕੇ, ਕੋਈ ਜੱਜ ਵਕੀਲ ਖਰੀਦ ਕੇ ਸੰਸਾਰ ਦੀ ਅਦਾਲਤ ਵਿੱਚੋਂ ਤਾਂ ਮਹਾਰਾਜ ਕਹਿੰਦੇ ਕੋਈ ਖਹਿੜਾ ਛਡਾ ਸਕਦਾ। ਹਰ ਦੀਵਾਨ ਹੋ ਕੋਈ ਕਿੱਥੇ ਜਾਇਆ। ਹਰੀ ਪਰਮੇਸ਼ਰ ਦੇ ਉਹ ਸੱਚੀ ਦਰਗਾਹ ਦੇ ਵਿੱਚੋਂ ਕਿੱਥੇ ਜਾਵੇਗਾ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੈ। ਉੱਥੇ ਕੇਵਲ ਤੇ ਕੇਵਲ ਸੱਚ ਦਾ ਨਿਤਾਰਾ ਹੁੰਦਾ, ਪੂਰਾ ਨਿਆਉ ਕਰੇ ਕਰਤਾਰ।
ਤੋ ਇਸ ਕਰਕੇ ਦੋਸ਼ ਨਾ ਕਾਹੂ ਜੋ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ ਭਾਈ। ਜੋ ਕੁਝ ਤੂੰ ਕੀਤਾ ਹੈ ਉਸੇ ਦਾ ਫਲ ਤੈਨੂੰ ਮਿਲਿਆ। ਇੱਕ ਕਹਿੰਦੇ ਕੋਈ ਸਾਧੂ ਸੀਗਾ ਤੇ ਬੰਦਗੀ ਬਹੁਤ ਕਰਿਆ ਕਰੇ, ਜੰਗਲ ਵਿੱਚ ਰਹਿ ਕਰਕੇ ਕੁਟੀਆ ਪਾਈ ਹੋਈ, ਸਾਰੀ ਜੀਵਨ ਜ਼ਿੰਦਗੀ ਬੰਦਗੀ ਕੀਤੀ। ਤੇ ਉੱਥੋਂ ਦੇ ਰਾਜੇ ਨੂੰ ਪਤਾ ਲੱਗਿਆ ਵੀ ਮੇਰੇ ਮਹਿਲਾਂ ਦੇ ਲਾਗੇ ਯਾਰਡ ਵਿੱਚ ਕੋਈ ਸਾਧੂ ਰਹਿੰਦਾ ਹੈ, ਬਹੁਤ ਜਾਪ ਹੈ, ਤਪ ਵਾਲਾ ਸਾਧੂ, ਜਤੀ ਸਤੀ ਹੈ, ਕਿਉਂ ਨਾ ਮਹਿਲਾਂ ਵਿੱਚ ਕਰ ਲਿਆ ਕਿ ਉਹਦੀ ਸੇਵਾ ਕਰਾਂ। ਤੋ ਬੇਨਤੀ ਕਰਕੇ ਉਹ ਸਾਧੂ ਨੂੰ ਆਪਣੇ ਮਹਿਲਾਂ ਵਿੱਚ ਘਰ ਲੈ ਆਇਆ। ਇੱਥੇ ਲਿਆ ਕੇ ਬੜੇ ਸਾਲ ਵਰੇ ਉਹਦੀ ਸੇਵਾ ਕੀਤੀ, ਬਹੁਤ ਸੁੱਖ ਸਹੂਲਤਾਂ ਉਹਨੂੰ ਦਿੱਤੀਆਂ। ਉਹਦੀ ਸੇਵਾ ਸਾਧੂ ਦੀ ਤਨ ਮਨ ਕਰਕੇ ਕਰਦਾ ਰਿਹਾ। ਹੌਲੀ ਹੌਲੀ ਸਮਾਂ ਬੀਤਿਆ ਤੇ ਰਾਜੇ ਦਾ ਇੱਕੋ ਇੱਕ ਘਰ ਵਿੱਚ ਰਾਜਕੁਮਾਰ ਪੁੱਤਰ ਹੈ। ਤੇ ਉਹ ਰਾਜਕੁਮਾਰ ਜਿਹੜਾ ਹੈ ਉਹ ਜਦੋਂ ਥੋੜ੍ਹਾ ਜਵਾਨ ਹੋਇਆ ਤੇ ਜਵਾਨ ਹੋਏ ਤੇ ਉਹਦਾ ਵਿਵਾਹ ਬੰਨਿਆ। ਵਿਵਾਹ ਕਰਕੇ ਰਾਜਾ ਆਪਣੀ ਨੂੰਹ ਨੂੰ, ਪੁੱਤ ਨੂੰ ਘਰ ਲੈ ਕੇ ਆਇਆ। ਘਰ ਲਿਆ ਕਰਕੇ ਜਦੋਂ ਸਭ ਆਪੋ ਆਪਣੇ ਥਾਵਾਂ ਵਿੱਚ ਬਰਾਜੇ, ਇਹ ਜਿਹੜਾ ਨਵਵਿਆਹੁਤਾ ਜੋੜਾ ਵੀ ਆਪਣੀ ਜਗ੍ਹਾ 'ਤੇ ਜਾ ਸੁੱਤਾ ਬਿਰਾਜਿਆ। ਜਿਹੜੀ ਰਾਜਕੁਮਾਰੀ ਲਾੜੀ ਵਿਆਹ ਕੇ ਆਈ ਉਹਨੂੰ ਨੀਂਦ ਨਾ ਆਵੇ ਓਪਰਾ ਥਾਂ ਜਾਣ ਕੇ, ਤੇ ਉਹ ਇਸ ਤਰ੍ਹਾਂ ਵੇਖਦੀ ਵੇਖਦੀ ਤੇ ਰਾਜਕੁਮਾਰ ਦੇ ਸਿਰਹਾਣੇ ਕੋਈ ਕਟਾਰ ਪਈ ਵੇਖੀ, ਸੋਨੇ ਦਾ ਉਹਦਾ ਮੁੱਠਾ, ਹੀਰੇ ਜੜੇ ਹੋਏ, ਬਹੁਤ ਸੁੰਦਰ ਬਣੀ ਹੋਈ। ਤੇ ਵੇਖਿਆ ਤੇ ਵੇਖ ਕੇ ਕਹਿੰਦੀ ਵੀ ਵੇਖੋ ਖਾਂ ਕਟਾਰ ਕਿੱਦਾਂ ਦੀ ਹੈ। ਉਹ ਬੇਮਿਆਨ ਕਰ ਲਈ ਕਟਾਰ, ਜਦੋਂ ਖਿੱਚ ਕੇ ਬਾਹਰ ਕੱਢੀ। ਕਟਾਰ ਵੇਖਦੀ ਹੈ, ਵੇਖਦੀ ਵੇਖਦੀ ਖੜੀ ਹੋ ਗਈ। ਉਹ ਰਾਜਕੁਮਾਰ ਪਲੰਘੇ 'ਤੇ ਸੁੱਤਾ ਹੋਇਆ। ਜਦੇ ਹੀ ਕਟਾਰ ਹੱਥੋਂ ਛੁੱਟੀ, ਉਹ ਰਾਜਕੁਮਾਰ ਦਾ ਪੇਟ ਪਾੜ ਕੇ ਤੇ ਪਾਰ ਹੋ ਗਈ, ਕਿਉਂਕਿ ਕਟਾਰ ਤਿੱਖੀ ਬਹੁਤ ਹੁੰਦੀ ਹੈ। ਜਦੋਂ ਪੇਟ ਪਾੜ ਦਿੱਤਾ, ਉਹ ਰਾਜੇ ਦਾ ਪੁੱਤ ਚੜ੍ਹਾਈ ਕਰ ਗਿਆ। ਤੇ ਉਹ ਲੜਕੀ ਨੇ ਵੇਖਿਆ ਵੀ ਹੁਣ ਦਿਨੇ ਕੀ ਆਖਾਂਗੀ, ਹੋਇਆ ਤਾਂ ਚਾਣਚੱਕ ਹੀ ਹੈ ਸਾਰਾ ਕੁਝ। ਰਾਜੇ ਨੇ ਆ ਕੇ ਜਦੋਂ ਵੇਖਿਆ ਵੀ ਰਾਜਕੁਮਾਰ ਉੱਠਿਆ ਨਹੀਂ, ਆ ਕੇ ਰਾਣੀਆਂ ਰਾਜਾ ਵੇਖਣ ਆਏ। ਕੀ ਵੇਖਦੇ ਵੀ ਰਾਜਕੁਮਾਰ ਦੇ ਲੋਥ ਪਈ ਹੋਈ, ਖੂਨ ਡੁੱਲਿਆ ਹੋਇਆ ਚਫੇਰੇ। ਤੇ ਉਹ ਡਰ ਕੇ, ਜਿਹੜੀ ਉਹ ਲੜਕੀ ਹੈ ਨਵਵਿਆਹੁਤਾ, ਰਾਜਾ ਉਹਨੂੰ ਪੁੱਛਦਾ ਵੀ ਇਹ ਕੀ ਕਾਰਜ ਹੋਇਆ, ਨਾਲੇ ਰੋਂਦਾ। ਤੇ ਉਹ ਲੜਕੀ ਕਹਿੰਦੀ ਹੈ ਕਿ ਜਿਹੜਾ ਸਾਧੂ ਰਾਜਨ ਤੂੰ ਲਿਆ ਕੇ ਘਰੇ ਬਾਇਆ ਹੋਇਆ, ਜਿਹਨੂੰ ਬਹੁਤ ਤੂੰ ਜਤੀ ਸਤੀ ਜਪੀ ਤਪੀ ਮੰਨਦਾ, ਮੈਂ ਆਪਦੇ ਅੱਖੀਂ ਵੇਖਿਆ, ਰਾਤ ਉਹ ਆਇਆ ਤੇ ਤੇਰੇ ਪੁੱਤ ਦਾ ਕਤਲ ਕਰ ਗਿਆ। ਕਟਾਰ ਪਈ ਹੈ ਕੋਲੇ ਮੇਰੇ, ਇਸੇ ਦੇ ਨਾਲ ਤੇਰਾ ਪੁੱਤ ਸਾਧੂ ਨੇ ਮਾਰਿਆ, ਜਿਹਨੂੰ ਬੜਾ ਤੂੰ ਸੱਤ ਪਰਤੱਗੀ ਜਾਣਦਾ। ਰਾਜਾ ਬਹੁਤ ਗੁੱਸੇ ਵਿੱਚ ਹੋਇਆ, ਉਹਨੇ ਸੈਨਿਕ ਫੜ ਭੇਜੇ ਤੇ ਉਹ ਸਾਧੂ ਵਿਚਾਰਾ ਬੰਨ੍ਹ ਲਿਆ, ਹੈ ਤਾਂ ਬਦੋਸ਼ਾ ਹੈ। ਰਾਜੇ ਨੇ ਬਹੁਤ ਕੁੱਟਮਾਰ ਕੀਤੀ। ਉਹ ਆਖੇ ਮੈਨੂੰ ਕੋਈ ਪਤਾ ਨਹੀਂ ਭਾਈ ਰਾਜਨ, ਤੇਰਾ ਪੁੱਤ ਮਰਿਆ, ਮੈਂ ਨਹੀਂ ਮਾਰਿਆ। ਪਰ ਰਾਜਾ, ਉਹ ਜਿਹੜੀ ਨਵੀਂ ਵਿਆਹੀ ਨੂੰਹ ਆਈ, ਉਹਦੇ ਆਖੇ ਲੱਗ ਕੇ ਇਹਦੀ ਬਹੁਤ ਬੇਪਤੀ ਕੀਤੀ। ਫਿਰ ਕਹਿੰਦਾ ਵੀ ਸਾਧੂ ਦਾ ਇੱਕ ਹੱਥ ਵੱਢ ਦਿਓ, ਜਿਹੜੇ ਹੱਥ ਨਾਲ ਇਹਨੇ ਮੇਰਾ ਪੁੱਤ ਮਾਰਿਆ। ਉਸ ਸਾਧੂ ਦੀ ਬਾਂਹ ਵੱਢ ਦਿੱਤੀ, ਹੱਥ ਵੱਢ ਦਿੱਤਾ। ਬਹੁਤ ਦੁਖੀ ਹੋਇਆ ਤੇ ਉੱਪਰ ਨੂੰ ਮੂੰਹ ਕਰਕੇ ਪਰਮੇਸ਼ਰ ਨੂੰ ਮਿਹਣੇ ਮਾਰਦਾ ਜਾਂਦਾ। ਕਹਿੰਦਾ ਹੇ ਪ੍ਰਭੂ ਪਰਮੇਸ਼ਰ, ਮੈਂ ਸਾਰੀ ਉਮਰ ਕੋਈ ਮਾੜਾ ਕੰਮ ਨਹੀਂ ਕੀਤਾ, ਬੰਦਗੀ ਕੀਤੀ, ਤੇਰਾ ਨਾਮ ਜਪਿਆ, ਪਰ ਆ ਵੇਖ ਲੈ ਦੋਸ਼ ਮੇਰਾ ਕੋਈ ਨਹੀਂ, ਤੇ ਨਿਹੱਕੇ ਦਾ ਮੇਰਾ ਹੱਥ ਵੱਢ ਦਿੱਤਾ ਰਾਜੇ ਨੇ, ਬੇਕਸੂਰੇ ਦਾ। ਇਹ ਤੇਰੇ ਘਰ ਦਾ ਨਿਆਂ ਹੈ। ਨਾਮ ਜਪਣ ਵਾਲਿਆਂ ਨਾਲ ਐਡਾ ਧੱਕਾ, ਵੀ ਮੈਂ ਜਾਣਦਾ ਵੀ ਤੂੰ ਬੇਇਨਸਾਫ ਹੀ ਕਰਦਾ। ਤੇਰਾ ਨਾਮ ਕੋਈ ਜਪੇ ਕੋਈ ਨਾ ਜਪੇ, ਤੈਨੂੰ ਕੋਈ ਫਰਕ ਨਹੀਂ ਪੈਂਦਾ। ਤੇਰੇ ਨਾਮ ਜਪਣ ਵਾਲਿਆਂ ਨਾਲ ਵੀ ਆਹ ਹਾਲਤ ਹੁੰਦੀ ਆ, ਵੇਖ ਮੈਂ ਹੱਥ ਵਢਾ ਤੁਰਿਆ ਆਉਣਾ। ਇਸ ਤਰ੍ਹਾਂ ਪਰਮੇਸ਼ਰ ਨੂੰ ਲਾਂਭੇ ਦਿੰਦਾ। ਫਿਰ ਕਿਸੇ ਨੇ ਉਹਨੂੰ ਦੱਸਿਆ, ਸਿਆਣੇ ਬਜ਼ੁਰਗ ਨੇ, ਵੀ ਮਹਾਤਮਾ ਜੀ ਤੁਹਾਡੇ ਕਰਮ ਦਾ ਕੋਈ ਫਲ ਹੋਊਗਾ।
ਜਿਹੜੀ ਤੁਹਾਡੀ ਆ ਹਾਲਤ ਹੋਈ ਹੈ। ਕਿਉਂਕਿ ਪਰਮੇਸ਼ਰ ਹਮੇਸ਼ਾ ਨਿਆਂ ਕਰਦਾ, ਅਨਿਆਂ ਨਹੀਂ ਕਰਦਾ। ਇਹ ਨਾ ਮੰਨਿਆ। ਫਿਰ ਉਹਨੇ ਦੱਸਿਆ ਵੀ ਇੱਥੇ ਕੋਈ ਕਾਂਸੀ ਬਨਾਰਸ ਵਿੱਚ ਕੋਈ ਪੰਡਤ ਰਹਿੰਦਾ, ਬਹੁਤ ਵਿਦਵਾਨ ਹੈ। ਉਹ ਕਰਮ ਵਿਪਾਕ ਗ੍ਰੰਥ ਪੜ੍ਹਿਆ ਹੋਇਆ, ਉਹ ਵੇਖ ਕੇ ਦੱਸ ਸਕਦਾ ਹੈ ਵੀ ਤੈਨੂੰ ਕਿਸ ਕਰਮ ਦੀ ਸਜ਼ਾ ਮਿਲੀ ਹੈ। ਇਹ ਸਾਧੂ ਜਿਹੜਾ ਬਾਂਹ ਵੱਢੀ ਹੋਈ ਇਹਦੀ ਵਿਚਾਰੇ ਦੀ, ਇੱਥੋਂ ਕਾਂਸੀ ਬਨਾਰਸ ਜਾ ਪਹੁੰਚਿਆ। ਉੱਥੇ ਘਰ ਲੱਭਦਾ ਲੱਭਦਾ ਪੰਡਤ ਦੇ ਘਰੇ ਪੁੱਜਾ। ਉਹ ਲੱਭਿਆ ਨਾ ਆਪ ਤਾਂ, ਤੇ ਘਰ ਵਾਲੀ ਇਹਦੀ ਬਾਹਰ ਚੌਲ ਛੱਟਦੀ ਪਈ ਹੈ, ਬ੍ਰਾਹਮਣ ਦੀ, ਪੰਡਤ ਦੀ, ਜਿਹਦੇ ਘਰ ਵਿੱਚ ਸਾਧੂ ਗਿਆ। ਜਾ ਕੇ ਪੁੱਛਿਆ ਵੀ ਇਹ ਫਲਾਣਾ ਫਲਾਣਾ ਪੰਡਤ ਜਿਹੜਾ ਉਹਦਾ ਘਰ ਹੈ। ਉਹ ਮਾਈ ਜਿਹੜੀ ਹੈ ਉਹ ਜਿਉਂ ਲੱਗੀ ਪਹਿਲਾਂ ਆਪਦੇ ਘਰ ਵਾਲੇ ਨੂੰ ਗਾਲੀ ਗਲੋਚ ਕਰਨ, ਵੀ ਉਹ ਆਂਦੀ ਕਿਹੜਾ ਵਿਦਵਾਨ ਇੱਥੇ ਗਲੀਆਂ 'ਚ ਧੱਕੇ ਖਾਂਦਾ ਫਿਰਦਾ, ਉਹਨੂੰ ਕੁੱਤੀ ਨਹੀਂ ਜਾਣਦੀ, ਅਤੇ ਤੂੰ ਕਿੱਥੋਂ ਚੱਲ ਕੇ ਉਹਦੇ ਦਰਸ਼ਨਾਂ ਵਾਸਤੇ ਆਇਆ। ਅਤੇ ਪਖੰਡੀ ਸਾਧ ਇਸ ਨੂੰ ਵੀ ਬਹੁਤ ਚਲੋ ਭੈੜੇ ਬਚਨੋਂ ਬੋਲੀ ਮਾਈ ਪੰਡਤ ਦੇ ਘਰ ਵਾਲੀ। ਇਹ ਵੇਖ ਕੇ ਹੈਰਾਨ ਹੁੰਦਾ ਵੀ ਐਡਾ ਪੰਡਤ ਹੈ ਅਤੇ ਘਰੇ ਇਹਦਾ ਬਹੁਤ ਜਿਹੜੀ ਦੁਰਦਸ਼ਾ ਹੁੰਦੀ, ਸਿਰ 'ਚ ਖੇਹ ਪੈਂਦੀ ਹੈ ਵੀ ਇਹਨੇ ਮੇਰਾ ਲਿਹਾਜ਼ ਹੀ ਨਾ ਕੀਤਾ, ਆਪਦੇ ਘਰ ਵਾਲੇ ਨੂੰ ਮੇਰੇ ਸਾਹਮਣੇ ਗਾਲਾਂ ਦਿੰਦੀ ਹੈ। ਉਹਨੇ ਨੂੰ ਉਹ ਬ੍ਰਾਹਮਣ ਆ ਗਿਆ ਪੰਡਤ, ਅਤੇ ਸਾਧੂ ਬੈਠ ਗਿਆ। ਫਿਰ ਸਾਧੂ ਨੇ ਪੁੱਛਿਆ ਵੀ ਮੈਂ ਤੇਰੇ ਪਾਸ ਇਸ ਕਰਕੇ ਆਇਆ ਵੀ ਸੁਣਿਆ ਤੂੰ ਕਰਮ ਵਿਪਾਕ ਜਿਹੜਾ ਉਹ ਗ੍ਰੰਥ ਪੜ੍ਹਿਆ ਹੋਇਆ। ਇਸ ਤਰ੍ਹਾਂ ਮੈਂ ਰਾਜੇ ਦੇ ਦਰਬਾਰ ਰਹਿੰਦਾ ਸੀ, ਪਹਿਲਾਂ ਮੇਰੀ ਸੇਵਾ ਕੀਤੀ ਕਈ ਸਾਲ, ਅਤੇ ਮਗਰੋਂ ਮੇਰਾ ਹੱਥ ਵੱਢ ਦਿੱਤਾ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਅਤੇ ਮੈਂ ਤਾਂ ਸਾਰੀ ਉਮਰ ਕੋਈ ਮਾੜਾ ਕਰਮ ਨਹੀਂ ਕੀਤਾ, ਜਿਉਂ ਜੰਮਿਆ ਮੈਂ ਬ੍ਰਹਮਚਾਰੀ ਹਾਂ, ਅਤੇ ਨਾਲ ਹੀ ਮੈਂ ਸਾਰੀ ਉਮਰ ਜੰਗਲ ਵਿੱਚ ਨਾਮ ਜਪਦੇ ਜਪਾਉਂਦੇ ਨੇ ਕੱਟੀ ਹੈ। ਪਰਮੇਸ਼ਰ ਨੇ ਚੰਗਾ ਨਹੀਂ ਕੀਤਾ। ਉਹ ਬ੍ਰਾਹਮਣ ਪੰਡਤ ਕਹਿੰਦਾ ਨਹੀਂ ਮਹਾਤਮਾ ਜੀ, ਪਰਮੇਸ਼ਰ ਕਦੇ ਨਿਹੱਕੇ ਨੂੰ ਸਜ਼ਾ ਨਹੀਂ ਦਿੰਦਾ, ਜ਼ਰੂਰ ਤੇਰਾ ਕੋਈ ਕਰਮ ਹੈ। ਉਹਨੇ ਉਹ ਗ੍ਰੰਥ ਦੁਆਰਾ ਆਪਦਾ ਉਹ ਜਿੰਨਾ ਵਿਦਿਆ ਪੜ੍ਹਿਆ ਸੀ ਫਿਰ ਉਹਨੇ ਦੱਸਿਆ। ਬ੍ਰਾਹਮਣ ਨੇ ਸਾਧੂ ਨੂੰ ਕਹਿੰਦਾ ਵੀ ਪਿਛਲੇ ਜਨਮ ਵਿੱਚ ਵੀ ਮਹਾਤਮਾ ਜੀ ਤੁਸੀਂ ਇਸ ਤਰ੍ਹਾਂ ਹੀ ਸਾਧੂ ਸੀਗੇ, ਅਤੇ ਹੱਥ ਤੁਹਾਡਾ ਤਾਂ ਕੱਟਿਆ, ਨਾਮ ਜਪਦੇ ਇੱਕ ਸਮੇਂ ਗੰਗਾ ਦੇ ਕਿਨਾਰੇ ਆਪ ਬੈਠੇ ਹੋਏ ਸੀ, ਅਤੇ ਇੱਕ ਗੁਥਲੀ ਹੁੰਦੀ ਜਿਹਦੇ ਵਿੱਚ ਮਾਲਾ ਪਾ ਕੇ ਅਤੇ ਉਹ ਗੁਪਤ ਨਾਮ ਜਪਦੇ ਸੀ ਤੁਸੀਂ। ਅਤੇ ਉਹਨੇ ਨੂੰ ਕੋਈ ਝੜਕਈ ਜਿਹੜਾ ਬੁੱਚੜਖਾਨੇ ਵਾਲੇ ਗਊ ਲੈ ਕੇ ਜਾ ਰਹੇ ਸੀ, ਉਹਦੇ ਹੱਥੋਂ ਗਊ ਛੁੱਟ ਗਈ, ਭੱਜ ਗਈ। ਤੂੰ ਨਾਮ ਜਪਦਾ ਪਿਆ ਸੀਗਾ। ਉਹ ਝੜਕਈ ਨੇ ਅਤੇ ਇੱਥੋਂ ਆ ਕੇ ਪੁੱਛਿਆ ਵੀ ਇੱਥੋਂ ਗਊ ਲੰਘੀ ਕਿੱਥੇ ਹੈ। ਤੂੰ ਮੂੰਹ ਨਾਲ ਤਾਂ ਬੋਲਿਆ ਕੁਝ ਨਾ, ਪਰ ਹੱਥ ਕਰ ਦਿੱਤਾ ਵੀ ਇਸ ਪਾਸੇ ਗਈ ਹੈ। ਉਹ ਜਿਹੜਾ ਹੈ ਵੱਢਣ ਵਾਲਾ, ਕੋਈ ਖਾਣ ਵਾਲਾ ਗਊ ਆਦਿਕ, ਉਹਨੇ ਲਿਆ ਗਊ ਬੰਨ੍ਹ ਕੇ ਵੱਢ ਕੇ ਮਾਰੀ। ਉਹ ਪਾਪ ਦਾ ਤੂੰ ਭਾਗੀਦਾਰ ਬਣਦਾ। ਫਿਰ ਉਹ ਬ੍ਰਾਹਮਣ ਦੱਸਦਾ, ਕਹਿੰਦਾ ਜਿਹੜੀ ਗਊ ਸੀ ਉਹ ਫਿਰ ਉਹ ਰਾਜੇ ਦੀ ਨੂੰਹ ਬਣ ਕੇ ਆਈ ਅਗਲੇ ਜਨਮ ਵਿੱਚ। ਜਿਹੜਾ ਝੜਕਈ ਆ ਨਾ, ਜਿਹਨੇ ਗਊ ਮਾਰੀ ਸੀ, ਉਹ ਰਾਜੇ ਦਾ ਪੁੱਤ ਹੈ। ਅਤੇ ਤੂੰ ਦੋਹਾਂ ਦੇ ਵਿਚਾਲੇ ਉਦੋਂ ਵੀ ਸੀਗਾ, ਹੱਥ ਕਰਕੇ ਝੜਕਈ ਤੋਂ ਗਊ ਮਰਵਾਈ। ਅਤੇ ਉਹ ਗਊ ਜਿਹੜੀ ਆ ਉਹ ਰਾਜੇ ਦੀ ਨੂੰਹ ਬਣ ਕੇ ਆਈ ਹੈ, ਅਤੇ ਝੜਕਈ ਜਿਹੜਾ ਉਹ ਰਾਜੇ ਦਾ ਪੁੱਤ ਬਣਿਆ ਇਸ ਜਨਮ ਵਿੱਚ। ਉਹ ਗਊ ਨੇ ਆਪਣਾ ਬਦਲਾ, ਪਰਮੇਸ਼ਰ ਨੇ ਗਊ ਦਾ ਪੂਰਾ ਕਰਵਾ ਦਿੱਤਾ। ਅਤੇ ਤੂੰ ਉਦੋਂ ਹੱਥ ਕੀਤਾ ਸੀ ਵਿੱਚ ਪਾਪ ਵਿੱਚ ਵਿਚੋਲਾ ਬਣਿਆ ਸੀ। ਜਿਹੜੇ ਹੱਥ ਨਾਲ ਤੂੰ ਗਊ ਦੱਸੀ ਸੀ ਉਹ ਗਊ ਰਾਜੇ ਦੀ ਨੂੰਹ ਹੈ, ਉਸੇ ਨੇ ਤੇਰਾ ਹੱਥ ਕਟਵਾ ਦਿੱਤਾ। ਉਹਦਾ ਲੇਖਾ ਪੂਰਾ ਪਰਮੇਸ਼ਰ ਨੇ ਇਸ ਤਰ੍ਹਾਂ ਕਰਵਾਇਆ ਹੋਇਆ। ਤੋ ਇਸ ਤਰ੍ਹਾਂ ਫਿਰ ਇਹਨੂੰ ਤਸੱਲੀ ਹੋਈ ਵੀ ਹਾਂ ਪਰਮੇਸ਼ਰ ਜੋ ਹੈ ਕਦੇ ਅਨਿਆਂ ਨਹੀਂ ਕਰਦਾ, ਨਿਆਂ ਕਰਦਾ ਹੈ। ਫਿਰ ਉਹ ਕਹਿਣ ਲੱਗਿਆ ਸਾਧੂ ਵੀ ਚਲੋ ਮੇਰਾ ਤਾਂ ਠੀਕ ਹੈ, ਅਤੇ ਤੂੰ ਐਡਾ ਵਿਦਵਾਨ ਹੈ, ਅਤੇ ਤੇਰੀ ਘਰ ਵਾਲੀ ਕਿਸ ਤਰ੍ਹਾਂ ਦੀ ਹੈ, ਸਾਰਾ ਦਿਨ ਤੈਨੂੰ ਗਾਲਾਂ ਕੱਢਦੀ ਹੈ, ਇੱਜ਼ਤ ਤੇਰੀ ਥੋੜ੍ਹੀ ਵੀ ਨਹੀਂ, ਕਿੰਨਾ ਕਲੇਸ਼ ਪਾਉਂਦੀ ਘਰ ਵਿੱਚ। ਉਹ ਪੰਡਤ ਕਹਿੰਦਾ ਇਹ ਵੀ ਮੇਰਾ ਕਰਮ ਹੈ। ਪਿਛਲੇ ਜਨਮ ਦੇ ਵਿੱਚ ਗਧੀ ਸੀਗੀ, ਮੈਂ ਕਾਂ ਸੀਗਾ, ਮੇਰਾ ਕਾਂ ਦਾ ਜਨਮ ਸੀ। ਇਹਦੇ ਲੱਕ ਦੇ ਵਿੱਚ ਕੋਈ ਜ਼ਖਮ ਹੋਇਆ, ਅਤੇ ਕਾਂ ਨੂੰ ਆਦਤ ਹੁੰਦੀ ਉਹ ਗੰਦ ਖਾਣ ਦੀ, ਮਾਸ ਖਾਣ ਦੀ। ਮੈਂ ਇਹਦੀ ਕੰਡ ਦੇ ਵਿੱਚੋਂ ਮਾਸ ਕੱਢ ਖਾਂਦਾ ਸੀ, ਉਹਨੂੰ ਬਹੁਤ ਦੁੱਖ ਲੱਗਦਾ ਸੀ। ਇਸ ਤਰ੍ਹਾਂ ਇੱਕ ਦਿਨ ਇਹਦੇ ਹੱਡ ਵਿੱਚ ਮੇਰੀ ਚੁੰਝ ਫਸ ਗਈ। ਇਹ ਜਦੋਂ ਤੜਫੀ ਅਤੇ ਦੌੜ ਕੇ ਭੱਜ ਕੇ ਗੰਗਾ ਵਿੱਚ ਵੜ ਗਈ।
ਗੰਗਾ ਦੀ ਤੇਜ਼ ਵਹਿਣ ਜਿਹੜਾ ਲਹਿਰ ਇਹਨੂੰ ਵੀ ਵਹਾ ਕੇ ਲੈ ਗਈ, ਤੇ ਮੈਂ ਵੀ ਵਿੱਚ ਹੀ ਚੁੰਝ ਫਸੀ ਹੋਣ ਕਰਕੇ ਉੱਡ ਨਾ ਸਕਿਆ। ਗੰਗਾ ਦੇ ਵਿੱਚ ਡੁੱਬ ਕੇ ਦੋਵੇਂ ਮਰੇ। ਤੇ ਪਰਮੇਸ਼ਰ ਨੇ ਫਿਰ ਮੈਂ ਇਹਨੂੰ ਪਿਛਲੇ ਜਨਮ ਵਿੱਚ ਦੁੱਖ ਦਿੱਤਾ, ਉਹ ਦੁੱਖ ਦੇਣ ਵਾਸਤੇ ਹੁਣ ਇਹ ਮੇਥੋਂ ਹਿਸਾਬ ਲੈ ਰਹੀ ਹੈ। ਜਿਵੇਂ ਮੈਂ ਇਹਦਾ ਮਾਸ ਕੱਢਦਾ ਸੀ, ਇਹ ਸਾਰਾ ਦਿਨ ਮੈਨੂੰ ਦੁੱਖ ਦਿੰਦੀ ਹੈ। ਨਾ ਇਹਨੂੰ ਮੈਂ ਛੱਡ ਸਕਦਾ ਘਰੋਂ ਬਾਹਰ। ਸੇਵਾ ਵੀ ਕਰਦੀ ਹੈ, ਖਵਾਉਂਦੀ ਪਿਆਉਂਦੀ ਵੀ ਬਹੁਤ ਹੈ, ਪਰ ਸਾਰਾ ਦਿਨ ਕਲੇਸ਼ ਬਹੁਤ ਰੱਖਦੀ ਹੈ। ਇਹ ਸਾਧੂ ਜੀ ਮੇਰੇ ਕਰਮਾਂ ਦਾ ਫਲ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਹੇ ਮੇਰੇ ਮਨਾ, ਕੀਤੇ ਹੋਏ ਕਰਮਾਂ ਦਾ ਫਲ ਦੁੱਖ ਸੁੱਖ ਤੈਨੂੰ ਮਿਲਿਆ, ਦੋਸ ਨਾ ਕਾਹੂ ਜੋਗ। ਕਿਸੇ ਨੂੰ ਦੋਸ਼ ਦੇਣਾ ਇਹਨੇ ਮੇਰਾ ਕੀਤਾ ਹੈ, ਇਹਨੇ ਮੇਰਾ ਨੁਕਸਾਨ ਕੀਤਾ ਹੈ। ਜਿਵੇਂ ਅੱਜ ਕੱਲ੍ਹ ਅਕਸਰ ਹੀ ਜਿਹੜਾ ਕੋਈ ਪਖੰਡਵਾਦ ਚੱਲਦਾ, ਉਹਦੇ ਵਿੱਚ ਇਹੀ ਆਪਾਂ ਨੂੰ ਦੱਸਦੇ ਆ ਨਾ ਕਿ ਅਖੇ ਜੀ ਤੁਹਾਨੂੰ ਕਿਸੇ ਨੇ ਫਲਾਣੇ ਨੇ ਕੁਝ ਕੀਤਾ ਹੋਇਆ। ਨਹੀਂ ਸਾਧ ਸੰਗਤ ਜੀ, ਇਹ ਸਾਡਾ ਕੋਈ ਕਰਮ ਹੈ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਕੀਤਾ ਸੀ ਉਹ ਸਾਨੂੰ ਮਿਲ ਗਿਆ। ਦੋਸ਼ ਨਾ ਦੀਜੈ ਅਵਰ ਜਨਾ, ਤੇ ਹੋਰ ਕਿਸੇ ਨੂੰ ਦੋਸ਼ ਦੇਣਾ ਜਿਹੜਾ ਉਹ ਯੋਗ ਨਹੀਂ ਹੈ। ਇੱਥੇ ਮੁਕਤਸਰ ਸਾਹਿਬ ਇੱਕ ਵਾਰੀ ਦੱਸ ਦਿਓ, ਬਾਬਾ ਕਰਨੈਲ ਸਿੰਘ ਜੀ ਮਹਾਂਪੁਰਖ ਹੋਇਆ ਕਰਦੇ ਸੀ, ਇੱਥੇ ਸੇਵਾ ਕਰਵਾਉਂਦੇ ਹੁੰਦੇ ਸੀ। ਤੇ 2 ਗਾਈਆਂ ਇੱਥੇ ਡੇਰਾ ਜਿੱਥੇ ਹੁਣ ਮੁਕਤਸਰ ਸਾਹਿਬ ਕਾਰ ਸੇਵਾ ਦਾ, ਉਹ 2 ਗਾਈਆਂ ਇੱਥੋਂ ਸੁੱਕੀਆਂ ਬੁਰਕੀਆਂ ਛਕੀ ਜਾਣ, ਬਹਿ ਪ੍ਰਸ਼ਾਦੇ। ਬਾਬਾ ਕਰਨੈਲ ਸਿੰਘ ਜੀ ਅੱਗੇ ਪਿੱਛੇ ਨਹੀਂ ਉਹ ਛੇਤੀ ਐਂ ਜਾਨਵਰ ਨੂੰ ਪ੍ਰਸ਼ਾਦਾ, ਕਿਉਂਕਿ ਸਮਾਂ ਨਹੀਂ ਉਹਨਾਂ ਕੋਲ ਹੁੰਦਾ ਸੀ। ਪਰ ਇੱਕ ਦਿਨ ਕਹਿੰਦੇ ਧੁੱਪੇ ਖੜੇ ਹੋਏ, ਉਹ 2 ਗਾਈਆਂ ਆਈਆਂ, ਉਹਨਾਂ ਨੂੰ ਪ੍ਰਸ਼ਾਦੇ ਸਿੱਟੀ ਜਾਂਦੇ ਆ ਬਹੇ ਹੋਏ, ਜਿਹੜੇ ਉੱਲੀ ਲੱਗੀ ਜਾਂ ਕੋਈ ਜੈਸੇ ਵੀ ਪ੍ਰਸ਼ਾਦੇ ਪੁਰਾਣੇ, ਤੇ ਨਾਲੇ ਹੱਸੀ ਜਾਂਦੇ ਆ। ਕਹਿੰਦੇ ਖਾਓ ਖਾਓ, ਹੁਣ ਵੀ ਖਾਧਾ ਹੈ ਨਾ, ਉਦੋਂ ਖਾ ਲੈਂਦੀ ਹੋ ਤੇ ਹੁਣ ਨਾ ਖਾਣੇ ਪੈਂਦੇ। ਜਿਹੜੇ ਕੋਈ ਸੰਗਤ ਸੇਵਾ ਗਈ ਪਿੰਡਾਂ ਵਿੱਚ, ਉਹਨਾਂ ਪੁੱਛਿਆ ਇਹਨਾਂ ਮਹਾਂਪੁਰਸ਼ਾਂ ਨੂੰ ਵੀ ਤੁਸੀਂ ਇਹਨਾਂ ਨਾਲ ਕਿਉਂ ਗੱਲੀਂ ਲੱਗੇ ਹੋ ਬੜੇ ਸਮੇਂ ਦੇ, ਵੀ ਸਾਨੂੰ ਵੀ ਦੱਸੋ ਵੀ ਇਹ ਕੀ ਕਾਰਨ ਹੈ ਵੀ ਤੁਸੀਂ ਵਾਰ-ਵਾਰ ਇੱਕੋ ਗੱਲ ਕਹਿੰਦੇ ਆਖੇ ਖਾਓ ਖਾਓ, ਜੇ ਉਦੋਂ ਖਾਧਾ ਹੁੰਦਾ ਤੇ ਹੁਣ ਨਾ ਖਾਣਾ ਪੈਂਦਾ। ਫਿਰ ਉਹ ਬਾਬਾ ਕਰਨੈਲ ਸਿੰਘ ਜੀ ਮਹਾਂਪੁਰਸ਼ਾਂ ਨੇ ਦੱਸਿਆ ਸੀ ਸੰਗਤ ਨੂੰ, ਕਹਿੰਦੇ ਵੀ ਇਹ ਦੋਵੇਂ ਦਰਾਣੀ ਜਠਾਣੀ ਸਨ, ਪਿਛਲੇ ਜਨਮ ਦੇ ਵਿੱਚ ਇੱਕੋ ਘਰ ਵਿਆਹੀਆਂ ਹੋਈਆਂ, ਔਰ ਇੱਥੇ ਲੰਗਰ ਛਕਣ ਆਉਂਦੀਆਂ ਸੀ। ਤੇ ਕਿਤੇ ਭੁਲੇਖੇ ਨਾਲ ਜਾਂ ਜਥਾ ਉਹ ਕੋਈ ਥੋੜ੍ਹਾ ਪ੍ਰਸ਼ਾਦਾ, ਜਿਵੇਂ ਕਿਸੇ ਵੇਲੇ ਲੰਗਰ ਵਿੱਚ ਕੋਈ ਮੋਟਾ ਹੈ ਕੋਈ ਪਤਲਾ, ਕਿਉਂਕਿ ਸਾਰਾ ਦਿਨ ਲੰਗਰ ਪ੍ਰਸ਼ਾਦਾ ਚੱਲੀ ਜਾਣਾ। ਇਹਨਾਂ ਨੂੰ ਕਿਤੇ ਲਾਂਗਰੀ ਹੱਥੋਂ ਕੋਈ ਪ੍ਰਸ਼ਾਦਾ ਥੋੜ੍ਹਾ ਰੁੱਖਾ ਤੇ ਬਹਿਆ ਆ ਗਿਆ, ਹੈ ਵੀ ਥੋੜ੍ਹਾ ਮੋਟਾ ਵੇਲਿਆ ਹੋਇਆ। ਤੇ ਇਹਨਾਂ ਨੇ ਉੱਥੇ ਗੁਰੂ ਕੇ ਲੰਗਰ ਦੀ ਬੜੀ, ਇੱਥੇ ਹੀ ਡੇਰੇ ਵਿੱਚ ਹੀ ਮੁਕਤਸਰ ਸਾਹਿਬ, ਬਹੁਤ ਇਹਨਾਂ ਨਿੰਦਾ ਕੀਤੀ ਗੁਰੂ ਕੇ ਲੰਗਰ। ਲਾਂਗਰੀ ਨੂੰ ਵੀ ਮੰਦਾ ਬੋਲ ਬੋਲੀਆਂ, ਤੇ ਇਸ ਤਰ੍ਹਾਂ ਬੜੇ ਆਪਸ਼ਬਦ ਬੋਲਦੀਆਂ ਰਹੀਆਂ। ਲਾਂਗਰੀ ਦੀ ਬੇਪਤੀ ਕੀਤੀ, ਗੁਰੂ ਕੇ ਧਾਮਾਂ ਨੂੰ ਮੰਦ ਕਮੰਦ ਬੋਲਿਆ, ਤੇ ਪ੍ਰਸ਼ਾਦੇ ਚਲਾ ਕੇ ਮਾਰੇ। ਤੇ ਇਹ ਉਹੀ ਹੁਣ ਆਈਆਂ ਨੇ। ਇਸ ਲਈ ਅਸੀਂ ਕਹਿੰਦੇ ਹਾਂ ਵੀ ਜੇ ਉਦੋਂ ਚੁੱਪ ਕਰਕੇ ਖਾਧੇ ਹੁੰਦੇ ਤੇ ਹੁਣ ਨਾ ਖਾਣੇ ਪੈਂਦੇ। ਤੋ ਇਸ ਤਰ੍ਹਾਂ ਜੋ ਵੀ ਸਾਧ ਸੰਗਤ ਜੀ ਕੀਤਾ ਹੋਇਆ ਕਰਮ ਹੈ, ਉਹਦਾ ਫਲ ਉਹ ਅਵੱਸ਼ ਮਿਲਦਾ। ਕ੍ਰਿਸ਼ਨ ਭਗਵਾਨ ਵਰਗੇ ਨਹੀਂ ਬਚ ਸਕੇ। ਇਹਨਾਂ ਰਾਮ ਚੰਦਰ ਦੇ ਰੂਪ ਵਿੱਚ ਕ੍ਰਿਸ਼ਨ ਭਗਵਾਨ ਵਿਸ਼ਨੂੰ ਦੇ 14 ਅਵਤਾਰਾਂ ਵਿੱਚੋਂ ਇੱਕ ਰਾਮ ਚੰਦਰ ਹੋਏ ਹੈ। ਉਹੀ ਵਿਸ਼ਨੂੰ ਦਾ ਅਵਤਾਰ ਹੀ ਕ੍ਰਿਸ਼ਨ ਭਗਵਾਨ ਸਨ। ਤੇ ਰਾਮ ਚੰਦਰ ਨੇ ਧੋਖੇ ਨਾਲ ਜਦੋਂ ਬਾਲੀ ਤੇ ਆਦਿ ਕੇ ਦੋਵੇਂ ਯੋਧੇ ਲੜੇ ਤੇ ਪਿੱਠ ਵਿੱਚ ਤੀਰ ਮਾਰਿਆ ਸੀ, ਧੋਖੇ ਨਾਲ ਲੁੱਕ ਕੇ ਰਾਮ ਚੰਦਰ ਨੇ। ਉਹ ਜਿਹਦੇ ਪਿੱਠ ਵਿੱਚ ਤੀਰ ਮਾਰਿਆ ਸੀ ਉਹ ਫਿਰ ਬੱਧਕ ਬਣਿਆ ਸ਼ਿਕਾਰੀ। ਤੇ ਕ੍ਰਿਸ਼ਨ ਭਗਵਾਨ ਵਰਗੇ ਜਿਹੜੇ ਹੈ ਮੌਕੇ ਦੇ ਅਵਤਾਰ 16 ਕਲਾਂ ਸਮਰੱਥ ਸਨ, ਪਰ ਉਹਨਾਂ ਨੂੰ ਵੀ ਕਰਮ ਦਾ ਫਲ ਭੋਗਣਾ ਪਿਆ। ਇਹਦੇ ਪੈਰ ਵਿੱਚ ਤੀਰ ਮਾਰਿਆ ਸੀ, ਫਿਰ ਉਹਨੇ ਜਦੋਂ ਢਾਸਣਾ ਲਾ ਕੇ ਕ੍ਰਿਸ਼ਨ ਭਗਵਾਨ ਹਰੀਹਰ ਖੇਤਰ ਵਿੱਚ ਪਏ ਹੋਏ ਸੀ, ਪਦਮ ਚਮਕਿਆ। ਸ਼ਿਕਾਰੀ ਨੇ ਸੋਚਿਆ ਵੀ ਸ਼ਾਇਦ ਕੋਈ ਹਰਨ ਹੈ, ਸਿੰਨ ਕੇ ਤੀਰ ਮਾਰਿਆ। ਜ਼ਹਿਰ ਲੱਗਾ ਸੀ ਤੀਰ ਦੀ ਮੁਖੀ ਨੂੰ। ਜਦੋਂ ਜਾ ਕੇ ਵੇਖਿਆ ਉਹ ਹੋਏ ਤਾਂ ਕ੍ਰਿਸ਼ਨ ਭਗਵਾਨ ਹੈ, ਰੋਵੇ ਸ਼ਿਕਾਰੀ ਵੀ ਮਾਰੇ ਮੇਥੋਂ ਭੁੱਲ ਹੋ ਗਈ।
ਪਰ ਭਗਵਾਨ ਕ੍ਰਿਸ਼ਨ ਕਹਿੰਦੇ ਨਹੀਂ, ਭੁੱਲ ਨਹੀਂ ਹੈ ਮੇਰੇ, ਮੈਂ ਪਿਛਲੇ ਜਨਮ ਵਿੱਚ ਜੋ ਕੀਤਾ ਮੈਨੂੰ ਉਹਦਾ ਫਲ ਮਿਲਿਆ। ਪਿਛਲੇ ਜਨਮ ਵਿੱਚ ਮੈਂ ਤੈਨੂੰ ਲੁੱਕ ਕੇ ਮਾਰਿਆ, ਇਸ ਜਨਮ ਵਿੱਚ ਤੂੰ ਮੈਨੂੰ ਲੁੱਕ ਕੇ ਮਾਰਿਆ ਹੈ। ਵੀ ਸਮੇਂ ਦੇ ਅਵਤਾਰ ਕ੍ਰਿਸ਼ਨ ਭਗਵਾਨ ਵਰਗੇ ਵੀ ਜਿਹੜੇ ਹੈ ਉਹਨਾਂ ਨੂੰ ਕਰਮ ਨੇ ਫਲ ਭੁਗਤਾਇਆ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਦੋਸ ਨਾ ਕਾਹੂ ਜੋਗ, ਹੇ ਮੇਰੇ ਮਨਾ ਤੇਰੇ ਕੀਤੇ ਹੋਏ ਕਰਮਾਂ ਦਾ ਹੀ ਚੰਗਿਆਂ ਦਾ ਸੁੱਖ ਹੈ, ਮਾੜਿਆਂ ਦਾ ਦੁੱਖ ਤੈਨੂੰ ਮਿਲਦਾ ਹੈ। ਕਿਸੇ ਤੇ ਤੋਮਤ ਲਾਉਣੀ ਜਾਂ ਮੈਨੂੰ ਕਿਸੇ ਦੁੱਖ ਦਿੱਤਾ, ਕਿਸੇ ਦੇ ਦੋਸ਼ ਦੇਣਾ ਯੋਗ ਨਹੀਂ ਹੈ। ਚੰਗਾ ਨਹੀਂ, ਠੀਕ ਨਹੀਂ ਹੁੰਦਾ ਹੈ। ਪਰਮੇਸ਼ਰ ਤੇ ਭੁੱਲਿਆ, ਤੇ ਦੁੱਖ ਤੈਨੂੰ ਤਦੇ ਲੱਗੇ ਕਿਉਂਕਿ ਪਰਮੇਸ਼ਰ ਤੇ ਭੁੱਲਿਆ। ਜਦੋਂ ਜੀਵ ਪਰਮੇਸ਼ਰ ਤੋਂ ਭੁੱਲ ਜਾਂਦਾ ਹੈ, ਪ੍ਰਭੂ ਪਰਮੇਸ਼ਰ ਨੂੰ ਮਨ ਚੋਂ ਵਿਸਾਰ ਦਿੰਦਾ ਹੈ, ਪਰਮੇਸ਼ਰ ਦਾ ਲੜ ਛੱਡਦਾ ਹੈ, ਨਾਮ ਯਾਦ ਨਹੀਂ ਕਰਦਾ ਹੈ, ਵਿਆਪਨ ਸਭੇ ਰੋਗ, ਉਦੋਂ ਸਾਰੇ ਹੀ ਰੋਗ ਲੱਗਦੇ ਹੈ। ਜਿੰਨੇ ਰੋਗ ਹੈ, ਚਾਹੇ ਉਹ ਆਦਿ ਹੈ, ਵਿਆਧੀ ਉਪਾਧੀ ਸਰੀਰ ਦੇ ਰੋਗ, ਚਾਹੇ ਕੋਈ ਮਨ ਦਾ ਰੋਗ ਹੈ, ਕਦੋਂ ਲੱਗਦੇ ਹੈ? ਪਰਮੇਸ਼ਰ ਤੇ ਭੁੱਲਿਆ। ਹੁਣ ਆ ਕੀ ਸੰਸਾਰ ਦੀ ਹਾਲਤ ਹੈ। ਅੱਜ ਤੋਂ 15-20 ਸਾਲ ਪਿੱਛੇ ਨਿਗਾਹ ਮਾਰੋ, ਉਦੋਂ ਲੋਕਾਂ ਵਿੱਚ ਕੋਈ ਮਾੜਾ ਮੋਟਾ ਜਾਤ ਸਤ ਸੀਗਾ ਤੇ ਸੀਮਤ ਸਾਧਨ ਸੀ ਸੁੱਖ ਦੇ, ਪਰ ਫਿਰ ਵੀ ਮਾਇਆ ਥੋੜ੍ਹੀ ਸੀ, ਕੱਚੇ ਘਰ ਸਨ, ਕੋਈ ਚੜ੍ਹਨ ਨੂੰ ਮੋਟਰ ਗੱਡੀਆਂ ਕਾਰਾਂ ਨਹੀਂ ਸਨ, ਪਰ ਸੰਸਾਰ ਸੌਖਾ ਸੀ। ਹੁਣ ਸੁੱਖ ਸਹੂਲਤ ਬਹੁਤ ਹੈ ਪਰ ਸ਼ਾਂਤੀ ਨਹੀਂ ਹੈ, ਕਿਉਂਕਿ ਉਹਨਾਂ ਸਮਿਆਂ ਵਿੱਚ ਕੋਈ ਸੱਤ ਵਰਤਦਾ ਸੀ, ਥੋੜ੍ਹਾ ਬਹੁਤਾ ਸੱਤ ਪ੍ਰਤੱਗੀ ਸਨ ਕੋਈ ਬਜ਼ੁਰਗ। ਉਸ ਸਮੇਂ ਦੇ ਲੋਕ ਕੋਈ 40-50 ਸਾਲ ਹੋਰ ਪਿੱਛੇ ਜਾਓ, ਜਿੰਨਾ ਪਿੱਛੇ ਤੁਰੇ ਜਾਓ ਉਹਨਾਂ ਸੁੱਖ ਵੱਧ ਰਿਹਾ, ਕਿਉਂਕਿ ਉਹਨਾਂ ਸਮਿਆਂ ਵਿੱਚ ਸੁੱਖ ਇਸ ਲਈ ਵੱਧ ਸੀ ਕਿਉਂਕਿ ਸਾਰਿਆਂ ਦੇ ਹਿਰਦੇ ਵਿੱਚ ਸੱਚ ਸੀ, ਨਾਮ ਸੀਗਾ। ਜਿਵੇਂ ਜਿਵੇਂ ਹੁਣ ਸੰਸਾਰ ਅੱਗੇ ਅੱਗੇ ਜਿਹੜੇ ਕਹਿੰਦੇ ਆ ਵੀ ਅਪਗ੍ਰੇਡ ਹੋ ਰਿਹਾ, ਸੰਸਾਰ ਤਰੱਕੀ ਕਰਦਾ, ਉਹ ਤਰੱਕੀ ਕਰਦਾ ਕਰਦਾ ਨਾਮ ਛੱਡ ਰਿਹਾ, ਜਿਸ ਕਰਕੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਾਰੇ ਸੰਸਾਰ ਨੂੰ ਜਿਹੜੇ ਰੋਗ ਹੈ, ਚਾਹੇ ਕੋਈ ਮਨ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਵੱਡੇ ਰੋਗ ਹੈ, ਹਉਮੈ ਦੀਰਘ ਰੋਗ ਹੈ, ਤੇ ਜਾਂ ਕੋਈ ਹੋਰ ਰੋਗ ਜਿਹੜੇ ਸਰੀਰ ਕਰਕੇ ਲੱਗਣੇ ਆ। ਖਸਮ ਵਿਸਾਰ ਕੀਤੇ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਭੋਗੰ ਤਾਂ ਰੋਗੰ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਨੂੰ ਛੱਡਿਆ, ਪਰਮੇਸ਼ਰ ਨੂੰ ਭੁੱਲਿਆ ਹੈ। ਹੇ ਮੇਰਿਆ ਮਨਾ, ਜਿਹੜੇ ਜਿਹੜੇ ਪਰਮੇਸ਼ਰ ਨੂੰ ਭੁੱਲੇ ਆ, ਸਭ ਸੰਸਾਰ ਦੇ ਰੋਗ ਉਹਨੂੰ ਆਉਣ ਲੱਗੇ ਆ, ਉਹਨਾਂ ਨੂੰ ਸਾਰੇ ਰੋਗ ਲੱਗਦੇ। ਜਾਂ ਅਥਵਾ ਜਿਹੜੇ ਮਨ ਵਿੱਚੋਂ ਪਰਮੇਸ਼ਰ ਨਹੀਂ ਰਿਹਾ, ਉਸ ਮਨ ਨੂੰ ਸਾਰੀ ਕਾਮ ਕੀ ਕ੍ਰੋਧ ਕੀ ਲੋਭ ਮੋਹ ਹੰਕਾਰ ਵਿਸ਼ੇ ਵਕਾਰ, ਸਾਰੇ ਭੈੜੇ ਰੋਗ ਜਿਹੜੇ ਵਾਸ਼ਨਾਵਾਂ ਉਸ ਮਨ ਨੂੰ ਆਣ ਵਿਆਪਦੀਆਂ ਹਨ, ਲੱਗਦੀਆਂ ਹਨ। ਬੇਮੁਖ ਹੋਏ ਰਾਮ ਤੇ ਜਿਹੜੇ ਰਾਮ ਪ੍ਰਭੂ ਪਰਮੇਸ਼ਰ ਤੋਂ ਬੇਮੁਖ ਹੋਏ ਹੋਏ ਹੈ, ਜਿਨ੍ਹਾਂ ਨੇ ਪ੍ਰਭੂ ਰਾਮ ਦੇ ਨਾਮ ਤੋਂ ਮੁਖ ਮੋੜਿਆ ਹੋਇਆ ਹੈ, ਲੱਗਨ ਜਨਮ ਵਿਜੋਗ, ਉਹਨਾਂ ਨੂੰ ਜੰਮ ਜੰਮ ਕੇ ਮਰਨਾ ਤੇ ਮਰ ਮਰ ਕੇ ਜੰਮਣਾ, ਇਹ ਵਿਜੋਗ ਕਹੀਏ ਵਿਛੋੜੇ ਦਾ ਰੋਗ ਲੱਗਾ ਹੋਇਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਵਿਛੋੜੇ ਦਾ ਦੁੱਖ ਬਹੁਤ ਵੱਡਾ ਮੰਨਿਆ ਹੋਇਆ, ਤੇ ਜਨਮ ਮਰਨ ਦੇ ਵਰਗਾ ਕੋਈ ਵਿਛੋੜਾ ਹੋ ਹੀ ਨਹੀਂ ਸਕਦਾ। ਜੰਮ ਜਾਂਦੇ ਆ, ਮਰ ਜਾਂਦੇ, ਇੱਕ ਪਰਿਵਾਰ 'ਚ ਜੰਮਦੇ ਆ, ਉਹਨੂੰ ਜਦੋਂ ਛੱਡ ਕੇ ਜਾਂਦੇ ਉੱਥੇ ਵਿਜੋਗ ਪੈਂਦਾ, ਅਗਲੀ ਜੂਨੀ ਫੜਦੇ ਆ, ਉੱਥੇ ਫਿਰ ਮਰਦੇ ਆ, ਜੰਮਦੇ ਆ, ਮਰਦੇ ਆ, ਜੰਮਦੇ ਆ। ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ। ਕਿੰਨੇ ਘਰ ਵਸਾ ਵਸਾ ਕੇ ਪ੍ਰਾਣੀ ਅੱਗੇ ਚੜ੍ਹ ਜਾਂਦਾ, ਉੱਥੋਂ ਅੱਗੇ 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 ਹਰੇਕ ਜੂਨੀ ਵਿੱਚ ਵਿਛੋੜੇ ਦਾ ਦੁੱਖ ਸਹਿੰਦਾ। ਤੋ ਮਹਾਰਾਜ ਕਹਿੰਦੇ ਇਹ ਵਿਛੋੜੇ ਦਾ ਦੁੱਖ ਕਿਉਂ ਹੈ? ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੇਮੁਖ ਹੋਏ ਰਾਮ ਤੇ। ਭਾਈ ਰਾਮ ਤੋਂ ਬੇਮੁਖ ਜੂ ਹੋਇਆ ਹੋਇਆ, ਤਾਂ ਹੀ ਇਹ ਸਾਰਾ ਵਿਛੋੜੇ ਦਾ ਦੁੱਖ ਸਹਿੰਦਾ, ਜੰਮ ਜੰਮ ਕੇ ਮਰਦਾ ਹੈ। ਖਿਨ ਮਹਿ ਕੌੜੇ ਹੋਏ ਗਏ, ਜਿਹੜੇ ਜਿਉਂਦੇ ਜੀ ਪ੍ਰਾਣੀ ਭੋਗ ਕਰਦਾ ਹੈ, ਵਿਸ਼ੇ ਵਾਸ਼ਨਾਵਾਂ ਭੋਗਦਾ ਹੈ, ਭੱਖ ਅਪੱਖ ਖਾਂਦਾ ਹੈ, ਜਿੰਨੇ ਭੋਗ ਪਦਾਰਥ ਭੋਗਦਾ ਹੈ। ਮਹਾਰਾਜ ਕਹਿੰਦੇ ਜਦੋਂ ਅੰਤਲਾ ਸਮਾਂ ਆਉਂਦਾ ਹੈ ਨਾ, ਉਦੋਂ ਇੱਕ ਛਿਣ ਦੇ ਵਿੱਚ ਹੀ ਕੌੜੇ ਹੋ ਜਾਂਦੇ। ਇੱਕ ਖਿਣ ਪਿੱਪਲ ਦੇ ਪੱਤੇ 'ਚੋਂ ਸੂਈ ਦਾ ਨੱਕਾ ਮਾਰੀਏ ਖਾਲਸਾ ਜੀ, 3 ਛਿਣ 4 ਛਿਣ ਲੱਗ ਜਾਂਦੇ ਹੈ। ਇੰਨਾ ਥੋੜ੍ਹਾ ਸਮਾਂ
ਜਿਹਦਾ ਨਾਮ ਖਿਣ ਹੁੰਦਾ ਹੈ। ਤੋ ਮਹਾਰਾਜ ਕਹਿੰਦੇ ਜਿਹੜੇ ਵਿਸ਼ਿਆਂ ਵਕਾਰਾਂ ਵਿੱਚ ਮੇਰੇ ਮਨਾਂ ਤੈਨੂੰ ਬਹੁਤ ਸੁੱਖ ਆਉਂਦਾ ਹੈ ਨਾ, ਜਦੋਂ ਅੰਤਲਾ ਸਮਾਂ ਆਵੇਗਾ ਇੱਕ ਛਿਣ ਵਿੱਚ ਹੀ ਕੌੜੇ ਹੋ ਜਾਣੇ ਹੈ। ਕੌੜੇ ਜ਼ਹਿਰ ਵਰਗੇ ਦੁਖਦਾਈ ਬਣ ਜਾਣੇ ਹਨ। ਜਿਤੜੇ ਮਾਇਆ ਭੋਗ। ਆ ਜਿੰਨੇ ਵੀ ਮਾਇਆ ਕਰਕੇ ਤੂੰ ਭੋਗ ਪਦਾਰਥ ਭੋਗਦਾ ਹੈ, ਭੱਖ ਖਾਂਦਾ ਹੈ, ਕੋਈ ਨਸ਼ੇ ਕਰਦਾ ਹੈ, ਕੋਈ ਨਹੀਂ ਖਾਣ ਯੋਗ ਵਸਤੂਆਂ ਛਕਦਾ, ਵਿਸ਼ੇ ਵਕਾਰ ਭੋਗਦਾ ਹੈ, ਅੰਤਲੇ ਸਮੇਂ ਇੱਕ ਛਿਣ ਵਿੱਚ ਹੀ ਕੌੜੇ ਹੋ ਜਾਣੇ ਹੈ। ਇਹ ਤੈਨੂੰ ਦੁਖਦਾਈ ਲੱਗਣਗੇ ਜਦੋਂ ਅੰਤਲਾ ਸਮਾਂ ਆਵੇਗਾ। ਇਹਨਾਂ ਨੇ ਤੈਨੂੰ ਜਮਾਂ ਦੀ ਫਾਹੀ ਵਿੱਚ ਫਸਾਉਣਾ ਹੈ, ਵਿੱਚ ਨਾ ਕੋਈ ਕਰ ਸਕੈ। ਤੇ ਫਿਰ ਜਦੋਂ ਪਰਮੇਸ਼ਰ ਤੋਂ ਤੇਰਾ ਵਿਛੋੜਾ ਪਿਆ ਨਾ, ਕੀਤੇ ਹੋਏ ਬੁਰੇ ਕਰਮਾਂ ਕਰਕੇ, ਫਿਰ ਵਿੱਚ ਨਾ ਕੋਈ ਕਰ ਸਕੈ। ਕਿਸੇ ਨੇ ਵਿਚੋਲਾ ਨਹੀਂ ਬਣਨਾ ਤੇਰਾ, ਕਿਸੇ ਨੇ ਤੇਰੀ ਵਿਚੋਲਗੀ ਨਹੀਂ ਕਰਨੀ ਕਿ ਤੈਨੂੰ ਪਰਮੇਸ਼ਰ ਨਾਲ ਮੇਲੇ। ਭਾਈ ਸੱਤਾ ਤੇ ਬਲਵੰਡਾ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਹਜ਼ੂਰੀ ਕੀਰਤਨੀਏ ਸਨ, ਤੇ ਮਾਇਆ ਪਿੱਛੇ ਸਤਿਗੁਰਾਂ ਨਾਲ ਰੌਲਾ ਪਾਇਆ, ਤੇ ਇਹੋ ਜਿਹੀ ਫਟਕਾਰ ਵੱਜੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਉਹ ਥੋੜ੍ਹਾ ਸੰਖੇਪ ਹੀ ਜਾਣ ਲਈਏ, ਅੱਗੇ ਬੜੀ ਵਾਰ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਿਆ ਸੀ ਵੀ ਇਹਨਾਂ ਦੇ ਮੱਥੇ ਨਾ ਕੋਈ ਲੱਗੋ, ਇਹ ਗੁਰੂ ਕੇ ਦਰੋਂ ਘਰੋਂ ਫਟਕਾਰੇ ਹੋਏ ਹੈ। ਤੇ ਫਿਰ ਮਹਾਰਾਜ ਜਾਂਦੇ ਵੀ ਕਹਿ ਗਿਆ ਵੀ ਹੋਰ ਸੁਣੋ, ਜਿਹੜਾ ਇਹਨਾਂ ਦੋਹਾਂ ਦਾ ਵਿਚੋਲਾ ਬਣ ਕੇ ਆਵੇਗਾ ਨਾ, ਉਹਦਾ ਮੂੰਹ ਕਾਲਾ ਕਰਕੇ ਗਧੇ ਤੇ ਪਾਵਾਂਗੇ। ਤੇ ਫਿਰ ਇਹਨਾਂ ਨੂੰ ਕੋੜ ਹੋਇਆ ਸੀ ਦੋ ਭਰਾਵਾਂ ਨੂੰ, ਸੱਤੇ ਤੇ ਬਲਵੰਡੇ ਨੂੰ, ਹੈ ਕੀਰਤਨੀ ਸੀ ਗੁਰੂ ਘਰ ਦੇ। ਤੇ ਜਦੋਂ ਕੋੜ ਹੋਇਆ, ਰੇਸ਼ਾ ਵਗੇ, ਸਰੀਰ ਗਲ ਗਏ ਸਾਰੇ। ਫਿਰ ਕਦੇ ਕਿਸੇ ਦੇ ਬੂਹੇ ਅੱਗੇ ਜਾਂਦੇ ਵੀ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਨਾਲ ਮਿਲਾ ਦਿਓ, ਪਰ ਮਹਾਰਾਜ ਨੇ ਫਟਕਾਰੇ ਸੀ, ਆਖਿਆ ਵੀ ਇਹਨਾਂ ਦਾ ਵਿਚੋਲਾ ਨਾ ਬਣੇ ਕੋਈ, ਸਾਡਾ ਕੁਝ ਨਹੀਂ ਲੱਗਦਾ ਜਿਹੜਾ ਸਿੱਖ ਇਹਨਾਂ ਦੀ ਵਿਚੋਲਗੀ ਕਰੇਗਾ। ਤੇ ਫਿਰ ਦਰ ਦਰ ਭੜਕਦੇ ਰਹੇ, ਕਿਸੇ ਨੇ ਇਹਨਾਂ ਦੀ ਬਾਤ ਨਹੀਂ ਸੀ ਪੁੱਛੀ। ਕਈ ਮਹੀਨੇ ਸਰੀਰ ਨੂੰ ਕੋੜ ਚੱਲਿਆ, ਰੇਸ਼ਾ ਵਹਿੰਦਾ ਰਿਹਾ, ਤੇ ਭੱਜ ਭੱਜ ਕੇ ਕਦੇ ਕਿਸੇ ਸਿੱਖ ਦੇ ਘਰ ਜਾਂਦੇ ਆ, ਹਾਏ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਨਾਲ ਸਾਡੀ ਸੁਲ੍ਹਾ ਕਰਾ ਦਿਓ, ਸਾਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੋਂ ਫਿਰ ਬਖਸ਼ਾ ਕੇ ਸਿੱਖੀ ਦਵਾ ਦਿਓ। ਪਰ ਕੋਈ ਇਹਨਾਂ ਦਾ ਵਿਚੋਲਾ ਨਹੀਂ ਸੀ ਬਣਿਆ। ਤੋ ਉਹ ਸਮਾਂ ਪਾ ਕੇ ਫਿਰ ਭਾਈ ਲੱਧਾ ਜੀ ਪਰਉਪਕਾਰੀ ਜੀਆਂ ਨੇ ਇਹਨਾਂ 'ਤੇ ਪਰਉਪਕਾਰ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਮਿਲਾਪ ਕਰਾਇਆ ਸੀ। ਇੱਥੇ ਤਾਂ ਕੋਈ ਟੱਕਰ ਗਿਆ ਗੁਰੂ ਪਿਆਰਾ ਸਿੱਖ ਬੇਮੁਖ ਨੂੰ, ਪਰ ਜਿਹੜੇ ਸਾਧ ਸੰਗਤ ਜੀ ਜਿਉਂਦੇ ਜੀ ਪ੍ਰਭੂ ਤੋਂ ਬੇਮੁਖ ਰਹਿੰਦੇ ਆ, ਨਾਮ ਨਹੀਂ ਜਪਦੇ, ਉਸ ਅਗਲੀ ਦਰਗਾਹੇ ਇਕੱਲਾ ਨਾਮ ਹੀ ਵਿਚੋਲਾ ਹੈ, ਤੇ ਉਹ ਅਸੀਂ ਜਪਿਆ ਨਹੀਂ, ਸਾਡੇ ਪੱਲੇ ਨਹੀਂ। ਫਿਰ ਉੱਥੇ ਦੱਸ ਮੇਰਿਆ ਮਣਾ ਕੌਣ ਤੇਰੀ ਵਿਚੋਲਗੀ ਕਰੇਗਾ, ਨਾਮ ਤੂੰ ਜਪਿਆ ਨਾ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਉਸ ਸਮੇਂ ਫਿਰ ਵਿੱਚ ਨਾ ਕੋਈ ਕਰ ਸਕੈ, ਵਿਚਾਲਾ ਜਾਂ ਵਿੱਚ ਵਿਚੋਲਾ ਕੋਈ ਨਹੀਂ ਬਣੇਗਾ। ਗੁਰੂ ਨਾਲ ਜਾਂ ਅਕਾਲ ਪੁਰਖ ਪਰਮੇਸ਼ਰ ਨਾਲ ਕਿਸੇ ਤੇਰਾ ਜੋੜ ਨਹੀਂ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਮਹਾਰਾਜ ਕਹਿੰਦੇ ਚੋਰ ਦੀ ਹਾਮੀ ਕੋਈ ਨਹੀਂ ਭਰਦਾ। ਚੋਰ ਕੌਣ ਹੈ? ਤੇ ਤਸਕਰ ਜੇ ਨਾਮ ਨਾ ਲੇਵ ਹੈ। ਮਹਾਰਾਜ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਉਹ ਸਾਰੇ ਹੀ ਚੋਰ ਹੈ। ਉਹ ਚੋਰ ਹੈ ਜਿਹੜੇ ਨਾਮ ਤੋਂ ਚਿੱਤ ਚਰਾਉਂਦੇ ਹੈ। ਸਿੱਤੇ ਤਸਕਰ ਜੇ ਨਾਮ ਨਾ ਲੇਵ ਹੈ, ਬਸ ਹੈ ਕੋਟ ਪਚਾਸਾ ਹੈ। ਤੋ ਗਰੀਬ ਨਵਾਜ ਕਹਿੰਦੇ ਚੋਰ ਕੀ ਹਾਮਾ ਭਰੈ ਨਾ ਕੋਏ। ਫਿਰ ਉੱਥੇ ਜਾ ਕੇ ਜਦੋਂ ਚੋਰ ਕਰਾਰ ਹੋਏਗਾ ਨਾ ਵੀ ਚੋਰ ਕੌਣ ਹੈ ਭਾਈ, ਕਹਿੰਦੇ ਜੀ ਆਹ ਚੋਰ ਹੈ, ਨੇ ਨਾਮ ਨਹੀਂ ਜਪਿਆ। ਫਿਰ ਚੋਰ ਕੀ ਹਾਮਾ ਭਰੈ ਨਾ ਕੋਏ, ਫਿਰ ਕਿਸੇ ਨੇ ਹਾਮੀ ਨਹੀਂ ਭਰਨੀ, ਵਿੱਚ ਨਾ ਕੋਈ ਕਰ ਸਕੈ। ਹੇ ਮੇਰੇ ਮਨਾ, ਕਿਸੇ ਨੇ ਵਿੱਚ ਵਿਚਾਲੇ ਨਹੀਂ ਪੈਣਾ, ਪ੍ਰਭੂ ਨਾਲ ਤੇਰਾ ਜੋੜ ਨਹੀਂ ਪਵਾਉਣਾ ਹੈ। ਕਿਸ ਥੈ ਰੋਵਹਿ ਰੋਜ। ਹੇ ਨਾਮ ਤੋਂ ਹੀਣਿਆ ਮੇਰਿਆ ਮਨਾ, ਕਿਸ ਥੈ ਰੋਵਹਿ ਰੋਜ। ਫਿਰ ਕਿਹਦੇ ਅੱਗੇ ਜਾ ਜਾ ਕੇ ਰੋਜ਼ ਰੋਵੇਂਗਾ। ਪੂਰੇ ਗੁਰ ਕੀ ਸੇਵ ਨਾ ਕੀਨੀ, ਅਹਿਲਾ ਜਨਮ ਗਵਾਇਆ। ਜਨਮ ਵਿਅਰਥ ਹੀ ਗਵਾ ਲਿਆ ਗੁਰੂ ਦੇ ਸੇਵਾ ਤੋਂ ਤੇ ਨਾਮ ਤੋਂ ਬਿਨਾਂ। ਫਿਰ 10 ਅਗਾਂਹ ਜਾ ਕੇ ਕਿਹਦੇ ਕੋਲ ਜਾ ਕੇ ਰੋਵੇਂਗਾ। ਕਿਸੇ ਤੇਰੀ ਬਾਂਹ ਨਹੀਂ ਫੜਨੀ, ਵਿੱਚ ਵਿਚਾਲੇ ਵਿਚੋਲਾ ਨਹੀਂ ਪੈਣਾ ਕਿਸੇ। ਜਨਮਾਂ ਜਨਮਾਂਤਰਾਂ ਵਿੱਚ ਠੇਡੇ ਧੱਕੇ ਧੋੜੇ ਖਾਵੇਂਗਾ। ਕੀਤਾ ਕਿਛੂ ਨਾ ਹੋਵਈ। ਹੇ ਮੇਰੇ ਮਨ, ਤੇਰਾ ਉਦਮ ਕੀਤਾ ਕੁਝ ਨਹੀਂ ਹੋਣ ਵਾਲਾ। ਮੈਂ ਕੀਤਾ, ਮੈਂ ਕਰਾਂਗਾ, ਮੈਂ ਕਰ ਸਕਦਾ, ਮੇਰੇ ਬਿਨਾਂ ਕੋਈ ਨਹੀਂ ਕਰ ਸਕਦਾ। ਮਾਰੇ ਕਹਿੰਦੇ ਕੀਤਾ ਕਿਛੂ ਨਾ ਹੋਵਈ।
ਤੇਰਾ ਕੀਤਾ ਹੋਇਆ ਉਦਮ ਭਾਈ ਉਪਰਾਲਾ ਕੁਝ ਨਹੀਂ ਹੋਣ ਵਾਲਾ ਹੈ। ਲਿਖਿਆ ਤੁਰ ਸੰਜੋਗ, ਕਿਉਂਕਿ ਉਹ ਹੋਣਾ ਜਿਹੜਾ ਲਿਖਿਆ ਤੁਰ ਸੰਜੋਗ, ਤੁਰੋਂ ਦਰਗਾਹੋਂ ਜਿਹੜਾ ਸੰਜੋਗ ਮੱਥੇ ਵਿੱਚ ਲਿਖਿਆ ਗਿਆ ਉਹੀ ਹੋਣਾ। ਜਿੰਨੀਆਂ ਮਰਜ਼ੀ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ, ਉਹੀ ਹੋਣਾ। ਕਰਨ ਕਾਰਨ ਸਮਰੱਥ ਹੈ ਪ੍ਰਭੂ ਪਰਮੇਸ਼ਰ ਜੋ ਕਰੇਗਾ। ਤੇਰਾ ਕੀਤਾ ਉਦਮ ਭਾਈ ਕੁਝ ਨਹੀਂ ਹੋਣ ਵਾਲਾ ਹੈ। ਵੱਡ ਭਾਗੀ ਮੇਰਾ ਪ੍ਰਭ ਮਿਲੈ। ਮਹਾਰਾਜ ਕਹਿੰਦੇ ਜਿਹਦੇ ਵੱਡੇ ਭਾਗ ਹੈ ਨਾ, ਕਿਸੇ ਦੇ ਪਿਛਲੇ ਕੀਤੇ ਹੋਏ ਬਹੁਤ ਸ਼ੁਭ ਕਰਮ ਹੈ, ਮੱਥੇ ਦੇ ਵੱਡੇ ਭਾਗ ਹੈ, ਮੇਰਾ ਪ੍ਰਭ ਮਿਲੈ। ਉਸੇ ਨੂੰ ਪ੍ਰਭੂ ਪਰਮੇਸ਼ਰ ਮੇਰਾ ਪਿਆਰਾ ਪ੍ਰੀਤਮ ਮਿਲਦਾ ਹੈ, ਆਪਦੇ ਨਾਲ ਮੇਲ ਲੈਂਦਾ ਹੈ। ਨਾਮ ਦੀਆਂ ਦਾਤਾਂ, ਸੰਗਤ ਦੀਆਂ ਦਾਤਾਂ, ਅੰਮ੍ਰਿਤ ਖੰਡੇ ਬਾਟੇ ਕੀ ਪਹੁਲ ਬਖਸ਼ਦਾ ਹੈ। ਸੰਗਤ ਕੀ ਦਾਤ, ਸਿੱਖਾਂ ਦੇ ਕਰੇ ਜਨਮ, ਅਰ ਬਾਣੀ ਬਾਣੇ ਦੀ ਪਰਪਖਤਾ, ਅੰਮ੍ਰਿਤ ਕੀਆਂ ਦਾਤਾਂ, ਗੁਰਸਿੱਖ ਮਾਂ ਬਾਪ, ਗੁਰਸਿੱਖ ਬਾਲ ਬੱਚੇ, ਉਹਨਾਂ ਨੂੰ ਬਖਸ਼ਦਾ ਹੈ ਜਿਹਦੇ ਕਿਤੇ ਮਹਾਰਾਜ ਕਹਿੰਦੇ ਵੱਡੇ ਭਾਗ ਹਨ। ਵਡਭਾਗੀ ਮੇਰਾ ਪ੍ਰਭ ਮਿਲੈ। ਹੇ ਮੇਰੇ ਮਨਾ, ਵੱਡੇ ਭਾਗਾਂ ਦੇ ਨਾਲ ਕਿਤੇ ਮੇਰਾ ਪਿਆਰਾ ਪ੍ਰਭੂ ਆਣ ਮਿਲਦਾ ਹੈ, ਆਪਦੇ ਨਾਲ ਮਿਲਾਉਂਦਾ ਸਿੱਖ ਹੀ ਬਖਸ਼ਦਾ ਹੈ। ਤਾਂ ਉਤਰਹਿ ਸਭ ਵਿਯੋਗ, ਤੇ ਜਦੋਂ ਪ੍ਰਭੂ ਮਿਲ ਗਿਆ ਫਿਰ ਸਾਰੇ ਵਿਛੋੜੇ ਜੰਮਣ ਮਰਨ ਦੇ ਨਾਸ਼ ਹੋ ਜਾਂਦੇ ਆ। ਫਿਰ ਜੰਮਣ ਮਰਨਾ ਨਹੀਂ ਹੁੰਦਾ, ਬਹੁਰ ਨਾ ਭਵਜਲ ਫੇਰਾ। ਫਿਰ ਤਾਂ ਅਬ ਤਉ ਜਾਏ ਚੜ੍ਹੈ ਸਿੰਘਾਸਨ, ਮਿਲ ਹੈ ਸਾਰਿੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਫਿਰ ਪਰਮੇਸ਼ਰ ਤੇ ਪਰਮੇਸ਼ਰ ਦਾ ਪਿਆਰਾ ਹਰ ਹਰ ਜਨ ਦੁਈ ਏਕ ਹੈ। ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਹੇ। ਪਰਮੇਸ਼ਰ ਵਿੱਚ ਐ ਇਕਮਿਕਤਾ ਲੀਨਤਾ ਹੋ ਜਾਂਦੀ ਹੈ। ਫਿਰ ਮੇਰਿਆ ਮਨਾ, ਜੇ ਲੀਨਤਾ ਪ੍ਰਭੂ ਪਰਮੇਸ਼ਰ ਨਾਲ ਹੋ ਗਈ ਫਿਰ ਦੁਬਾਰਾ ਤੈਨੂੰ ਜੰਮਣ ਮਰਨ ਦਾ ਵਿਛੋੜਾ ਨਹੀਂ ਪਵੇਗਾ। ਸਭ ਵਿਛੋੜੇ ਪ੍ਰਭੂ ਉਤਾਰ ਦੇਣਗੇ, ਆਪਦੇ ਵਿੱਚ ਮੇਲ ਲੈਂਦੇ ਆ। ਨਾਨਕ ਕਾ ਪ੍ਰਭ ਰਾਖ ਲੇ। ਫਿਰ ਮਹਾਰਾਜ ਇੱਥੇ ਬੇਨਤੀ ਕਰਨ ਦਾ ਢੰਗ ਦੱਸਦੇ ਅੰਤਲੀਆਂ ਪੰਕਤੀਆਂ ਵਿੱਚ ਕਿ ਭਾਈ ਸਿੱਖੋ ਇਸ ਤਰ੍ਹਾਂ ਬੇਨਤੀ ਕਰੋ ਕਿ ਨਾਨਕ ਕਉ ਪ੍ਰਭ ਰਾਖ ਲੇ। ਹੇ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਤੁਹਾਡੇ ਦਾਸ ਹਾਂ, ਤੁਹਾਡੀ ਸ਼ਰਨ ਹੋ ਆਇਆ ਦੂਰ ਹੋ ਚੱਲ ਕੈ, ਮੈਂ ਤੱਕੀ ਤਉ ਸਰਨ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮਹਿ, ਮੇਰਾ ਸਭੋ ਦੁੱਖ ਗਵਾਏ ਜੀਓ। ਮਾਰੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਸ਼ਰਨ ਆਏ ਦੀ ਲਾਜ ਰੱਖੋ। ਗੁਰੂ ਗਰੀਬ ਨਵਾਜ ਕਿਰਪਾ ਕਰਕੇ ਸਾਨੂੰ ਰੱਖ ਲਓ। ਮਹਾਰਾਜ ਵਿਸ਼ੇ ਵਿਕਾਰਾਂ ਤੋਂ ਸਾਡੀ ਰੱਖਿਆ ਕਰਨੀ ਕਰੋ। ਮੇਰੇ ਸਾਹਿਬ ਬੰਦੀ ਮੋਚ, ਇਹ ਮੇਰੇ ਸੱਚੇ ਸਾਹਿਬ ਆਪ ਬੰਦੀ ਕਹੀਏ ਜਿਹੜੇ ਬੰਨੇ ਹੋਏ ਆ ਨਾ ਜਨਮਾਂ ਜਨਮਾਂਤਰਾਂ ਵਿੱਚ, ਜਾਂ ਕਰਤਾ ਭੋਗਤਾ ਹੰਗਤਾ ਮਮਤਾ ਇਹਦੇ ਬੰਧਨਾਂ 'ਚ ਬੰਨੇ ਹੋਏ ਆ, ਉਹਨਾਂ ਨੂੰ ਮੋਚ ਕਹੀਏ ਛਡਾਉਣ ਵਾਲੇ। ਸਤਿਗੁਰੂ ਜੀ ਮਹਾਰਾਜ ਆਪ ਬੰਦੀ ਛੋੜ ਹੋ, ਕਿਰਪਾ ਕਰਕੇ ਮਹਾਰਾਜ ਵਿਸ਼ੇ ਵਿਕਾਰਾਂ ਵਿੱਚ ਬੱਝੇ ਹੋਏ ਸਾਡੇ ਮਨ ਨੂੰ ਛਡਾ ਲਓ। ਸਾਨੂੰ ਆਪਣੇ ਚਰਨਾਂ ਦੀ ਸਿੱਖੀ ਸਤ ਸੰਗਤ ਦੀਆਂ ਦਾਤਾਂ ਬਖਸ਼ੋ ਜੀ। ਕੱਤੇਕ ਹੋਵੈ ਸਾਧ ਸੰਗ, ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਕੱਤੇ ਦੇ ਮਹੀਨੇ ਵਿੱਚ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਕੱਤਕ ਦੇ ਮਹੀਨੇ ਵਿੱਚ ਜਿਹੜੇ ਭਾਈ ਸੰਗਤ ਦਾ ਆਸਰਾ ਲੈਂਦੇ ਹੈ, ਬਾਣੀ ਸੁਣਦੇ ਹੈ, ਕੀਰਤਨ ਸੁਣਦੇ ਹੈ, ਕਥਾ ਸੁਣਦੇ ਹੈ, ਸੰਗਤ ਵਿੱਚ ਸਿੱਖਾਂ ਵਿੱਚ ਆ ਕੇ ਬਹਿੰਦੇ ਹਨ, ਬਿਨ ਸਹਿ ਸਭੇ ਸੋਚ, ਉਹਨਾਂ ਦੀਆਂ ਸਭੇ ਸੋਚ ਨਾਮ ਚਿੰਤਾ ਦਾ ਹੈ। ਜਿੰਨੀਆਂ ਚਿੰਤਾਵਾਂ ਹਨ ਸੱਚੇ ਪਾਤਸ਼ਾਹ ਸਾਰੀਆਂ ਨਾਸ਼ ਕਰ ਦਿੰਦੇ ਹੈ। ਕਿਹਨਾਂ ਦੀਆਂ? ਜਿਹੜੇ ਸੰਗਤ ਵਿੱਚ ਬਹਿ ਕੇ ਕੱਤੇ ਦੇ ਮਹੀਨੇ ਵਿੱਚ ਬਹਿ ਕਰਕੇ ਸੰਗਤ ਵਿੱਚ ਨਾਮ ਜਪਦੇ ਹੈ। ਕੱਤਕ ਹੋਵੇ ਸਾਧ ਸੰਗ, ਕੱਤਕ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਸਾਧੂਆਂ ਦੀ ਜਾਂ ਗੁਰਸਿੱਖਾਂ ਦੀ ਸੰਗਤ ਹੁੰਦੀ ਹੈ, ਬਿਨ ਸਹਿ ਸਭੇ ਸੋਚ, ਉਹਨਾਂ ਦੀਆਂ ਸਾਰੀਆਂ ਸੋਚਾਂ ਚਿੰਤਾਵਾਂ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕੱਟਣ ਵਾਲੇ ਸਮਰੱਥ ਹਨ, ਨਾਸ਼ ਕਰ ਦਿੰਦੇ ਹਨ। ਇਹ ਸਤਿਗੁਰਾਂ ਦੀ ਪਾਵਨ ਪਵਿੱਤਰ ਕੱਤਕ ਦੇ ਮਹੀਨੇ ਦੁਆਰਾ ਦਿੱਤੀ ਹੋਈ ਸਿੱਖਿਆ ਉਪਦੇਸ਼ ਆਪ ਮਾਈ ਭਾਈ ਸੰਗਤਾਂ ਦੇ ਹਿਰਦੇ ਵਸੇ। ਬੁੱਧੀ ਤੁੱਛ ਹੈ, ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਗਰੀਬ ਨਿਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਕਾ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ।
कत्तिक होवै साध संग, बिन सह सभ्य सोच। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੇਖੈ ਕਤਹਿ ਨ ਛੂਟੀਐ, ਖਿਨ ਖਿਨ ਫੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।